ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹਰ ਸ਼ੁੱਕਰਵਾਰ ਅਸੀਂ ਗੁਰਬਾਣੀ ਦੇ ਵਿਆਕਰਨ, ਸ਼ੁੱਧ ਉਚਾਰਨ ਦਾ ਵਿਸ਼ਾ ਲੈਂਦੇ ਹਾਂ। ਪਿਛਲੇ ਹਫ਼ਤੇ ਤੋਂ ਅਸੀਂ ਪੰਜਾਬੀ ਬੋਲੀ ਦੇ ਵਿੱਚ ਜਿਹੜੀਆਂ ਮਾਤਰਾਵਾਂ ਹਨ ਉਹਨਾਂ ਦਾ ਉਚਾਰਨ, ਬਿੰਦੀ ਦਾ ਉਚਾਰਨ, ਟਿੱਪੀ ਦਾ ਉਚਾਰਨ ਕਿਵੇਂ ਬੋਲਿਆ ਜਾਂਦਾ ਹੈ, ਕਿਸ ਤਰ੍ਹਾਂ ਇਹ ਵਿਚਾਰਾਂ ਕੀਤੀਆਂ ਸੀ। ਅੱਜ ਵੀਰ ਜਗੀਰ ਸਿੰਘ ਜੀ ਸਾਨੂੰ ਜਿਹੜੇ ਅੰਕ ਹਨ, ਜਿਹਨੂੰ ਅਸੀਂ ਗਿਣਤੀ ਕਹਿੰਦੇ ਹਾਂ 1 2 3 4, ਉਹ ਪੰਜਾਬੀ ਵਿੱਚ ਤੇ ਇੰਗਲਿਸ਼ ਵਿੱਚ ਉਹ ਕਿਵੇਂ ਕਿਵੇਂ ਲਿਖੇ ਜਾਂਦੇ ਆ, ਉਹ ਸਾਰੀ ਵਿਚਾਰ ਸਾਡੇ ਨਾਲ ਸਾਂਝੀ ਕਰਨਗੇ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਜਗੀਰ ਸਿੰਘ ਜੀ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਵੀਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਆਪਾਂ ਮੂਲ ਮੰਤਰ ਦਾ ਪਾਠ ਕਰਾਂਗੇ, ਉਸ ਤੋਂ ਬਾਅਦ ਫਿਰ ਸ਼ੁਰੂ ਕਰਦੇ ਹਾਂ ਜੀ। ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸ਼ੁੱਕਰਵਾਰ ਜੀ ਅਸੀਂ ਪੰਜਾਬੀ ਦੇ ਵਿੱਚ ਟਿੱਪੀ ਤੇ ਬਿੰਦੀ ਦੀਆਂ ਕਿੰਨੀਆਂ ਆਵਾਜ਼ਾਂ ਨੇ ਇਹਦੇ ਬਾਰੇ ਵਿਚਾਰ ਕੀਤੀ ਸੀ। ਉਸ ਤੋਂ ਬਾਅਦ 5 ਅੱਖਰ ਘੱਗਾ, ਝੱਜਾ, ਢੱਡਾ, ਧੱਦਾ ਤੇ ਭੱਬਾ ਜੇ ਪਹਿਲਾਂ ਆ ਜਾਣ ਤਾਂ ਆਪਣੀ ਅਸਲੀ ਆਵਾਜ਼ ਕੱਢਦੇ ਨੇ, ਜੇ ਬਾਅਦ ਵਿੱਚ ਆਉਣ ਤਾਂ ਇਸ ਤੋਂ ਪਹਿਲੇ ਅੱਖਰ ਦੀ ਆਵਾਜ਼ ਪਲੱਸ ਹਾਹੇ ਦੀ ਆਵਾਜ਼ ਆਉਂਦੀ ਹੈ। ਉਸ ਤੋਂ ਬਾਅਦ ਪੰਜਾਬੀ ਤੇ ਹਿੰਦੀ ਦੇ ਲਿਖਣ ਦੇ ਵਿੱਚ ਕੀ ਅੰਤਰ ਹੈ, ਪੰਜਾਬੀ ਦੇ ਅੱਖਰ ਕਿੱਦਾਂ ਬੋਲੇ ਜਾਂਦੇ ਨੇ, ਹਿੰਦੀ ਦੇ ਅੱਖਰ ਕਿੱਦਾਂ ਬੋਲੇ ਜਾਂਦੇ ਨੇ, ਇਹਦੇ ਬਾਰੇ ਵਿਚਾਰ ਕੀਤੇ ਸੀ। ਤੇ ਉਸ ਤੋਂ ਬਾਅਦ ਜਿਹੜੀ ਅਖੀਰਲੇ ਅੱਖਰ ਨੇ ਗੰਗਾ, ਯਈਆਂ, ਨਾਣਾ, ਨੰਨਾ, ਮੰਮਾ, ਇਹਨਾਂ ਦੀਆਂ ਆਵਾਜ਼ਾਂ ਦਾ ਪਹਿਲੇ ਅੱਖਰਾਂ ਦੇ ਉੱਤੇ ਵੀ ਅਸਰ ਪੈ ਜਾਂਦਾ। ਜਿਵੇਂ ਰਾਮ, ਇਹ ਨਾ ਪੰਜਾਬੀ ਦੇ ਵਿੱਚ ਜਦੋਂ ਅਸੀਂ ਪੇਪਰ ਦਿੰਦੇ ਹਾਂ ਉਦੋਂ ਸਾਡੀ ਸ਼ੁੱਧ ਪੰਜਾਬੀ ਹੋਣੀ ਚਾਹੀਦੀ ਹੈ। ਇਹ ਖਾਸ ਕਰਕੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬੀ ਦੇ ਵਿੱਚ ਤੇ ਠੀਕ ਅੱਖਰ ਲਿਖੇ ਜਾਣ, ਬਿਨਾਂ ਮਤਲਬ ਤੋਂ ਬਿੰਦੀਆਂ ਨਾ ਲਾਈਆਂ ਜਾਣ। ਜਿਵੇਂ ਰਾਮ ਹੁੰਦਾ, ਆਪਾਂ ਰਾਰੇ ਕੰਨਾਂ ਉੱਤੇ ਬਿੰਦੀ ਲਾ ਕੇ ਰਾਮ ਬੋਲਦੇ ਹਾਂ। ਕਿਉਂ ਬੋਲਦੇ ਹਾਂ? ਉਹਦਾ ਮੰਮਾ ਹੈਗਾ ਉਹਦੀ ਆਵਾਜ਼ ਜਿਹੜੀ ਹੈਗੀ ਹੈ ਉਹ ਕੰਨੇ ਦੇ ਉੱਪਰ ਆ ਗਈ, ਇਸ ਲਈ ਰਾਮ, ਨਾਮ, ਬਾਣੀ, ਇਹ ਇਸ ਤਰ੍ਹਾਂ ਮਤਲਬ ਅਸਰ ਪੈਂਦਾ। ਇਹ ਬਿੰਦੀ ਲਿਖਣੀ ਨਹੀਂ ਲੇਕਿਨ ਉਚਾਰਨ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਨੇ ਵਿਚਾਰ ਕੀਤਾ ਸੀਗਾ ਜੀ ਵੀ ਜਿਹੜੇ ਲਾਸਟ ਵਾਲੇ ਅੱਖਰ ਹੈਗੇ ਨੇ, ਨਾਸਕੀ ਸ਼ਬਦ ਨੇ 5ਵੇਂ ਅੱਖਰ, ਜੇ ਉਹਨਾਂ ਦੇ ਉੱਪਰ ਪਹਿਲਾਂ ਟਿੱਪੀ ਲਿਖੀ ਜਾਂਦੀ ਹੈ ਲੇਕਿਨ ਅਧਕ ਬੋਲੀ ਜਾਂਦੀ ਹੈ। ਜਿਵੇਂ ਲਿਖਦੇ ਅਸੀਂ ਕੰਮ ਹੈ, ਟਿੱਪੀ ਨਾਲ ਲਿਖਦੇ ਹਾਂ ਪਰ ਉਚਾਰਨ ਉਹਦਾ ਅਧਕ ਨਾਲ ਹੋਏਗਾ ਕੰਮ, ਬੰਨ, ਸੰਨ, ਧਨ। ਇਹਦੇ ਬਾਰੇ ਵਿਚਾਰ ਕੀਤੀ ਸੀਗੀ। ਉਸ ਤੋਂ ਬਾਅਦ ਅਗਲਾ ਪੁਆਇੰਟ ਅਸੀਂ ਕੀਤਾ ਸੀ ਵੀ ਜਿਹੜੇ ਸ਼ਬਦ 9 ਹੁੰਦੇ ਨੇ ਉਹ ਅੱਖਰ ਕਨੌੜੇ ਨਾਲ ਲਿਖੇ ਜਾਂਦੇ ਨੇ ਆਮ ਤੌਰ ਤੇ। ਜਿਵੇਂ ਫੌਜੀ, ਫੌਜੀ ਨਾਮ ਹੈ ਜੀ। ਪੌੜੀ, ਪੌੜੀ ਨਾਉਨ ਹੈ, ਨੌ ਹੈ, ਸੰਘਿਆ ਹੈ ਜੀ। ਪੌਣ, ਔਖਾ, ਮੌਜ, ਤੌੜੀ, ਔਗਣ, ਇਹ ਸਾਰੇ ਅੱਖਰ ਨਾ ਕਨੌੜੇ ਨਾਲ ਲਿਖੇ ਜਾਂਦੇ ਨੇ। ਪਰ ਜੇ ਅੱਖਰ ਇਹ ਵਰਬ ਹੋਣ ਤਾਂ ਊੜੇ ਨਾਲ ਲਿਖੇ ਜਾਂਦੇ ਨੇ। ਜਿਸ ਤਰ੍ਹਾਂ ਜੀ ਨਹਾਉਣਾ, ਹਸਾਉਣਾ, ਮਕਾਉਣਾ, ਗਾਉਣਾ, ਇਹ ਨਾ ਊੜੇ ਨਾਲ ਲਿਖੇ ਜਾਂਦੇ ਨੇ ਕਿਉਂਕਿ ਸਾਨੂੰ ਲਿਖਣੇ ਸਹੀ ਆਉਣੇ ਚਾਹੀਦੇ। ਕਲਾਸ ਸਪੈਸ਼ਲੀ ਬੱਚਿਆਂ ਵਾਸਤੇ ਲਾਈ ਗਈ ਹੈ ਵੀ ਤਾਂ ਕਿ ਸਾਡੇ ਅਸੀਂ ਗਲਤ ਅੱਖਰ ਨਾ ਲਿਖੀਏ। ਤੇ ਫਿਰ ਅੱਗੇ ਲਘੂ ਮਾਤਰਾ ਤੇ ਗੁਰੂ ਮਾਤਰਾ ਦੇ ਬਾਰੇ ਦੱਸਿਆ ਸੀਗਾ ਵੀ ਮੁਕਤਾ ਹੋਵੇ, ਸਿਹਾਰੀ ਹੋਵੇ, ਔਂਕੜ ਹੋਵੇ, ਇਹ ਲਘੂ ਮਾਤਰਾ ਹੁੰਦੀਆਂ ਨੇ। ਲਘੂ ਮਾਤਰਾ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਜਲਦੀ ਉਚਾਰਨ ਕਰਨਾ, ਤੇ ਜਿਹੜੀ ਗੁਰੂ ਮਾਤਰਾ ਹੁੰਦੀ ਹੈ ਇਹਨੂੰ ਦੁੱਗਣਾ ਟਾਈਮ ਲੱਗਦਾ, ਡਬਲ ਟਾਈਮ ਲੱਗਦਾ। ਇਹ ਹੈਗੀਆਂ ਮਾਤਰਾ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ, ਦੁਲੈਂਕੜ।
ਇਹ ਜਿਹੜੀਆਂ ਮਾਤਰਾ ਹੈਗੀਆਂ ਨੇ ਇਹ ਗੁਰੂ ਮਾਤਰਾ ਹੈਗੀਆਂ ਨੇ, ਦੀਰਘ ਮਾਤਰਾ ਹੈਗੀਆਂ ਨੇ, ਇਹਨਾਂ ਨੂੰ ਉਚਾਰਨ ਵੇਲੇ ਜ਼ਿਆਦਾ ਟਾਈਮ ਲੱਗਦਾ। ਇਹ ਸਿਰਫ ਕੀਰਤਨ ਕਰਨ ਵਾਸਤੇ ਨਹੀਂ, ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਉਦੋਂ ਵੀ ਇਹਨਾਂ ਮਾਤਰਾ ਦਾ ਧਿਆਨ ਰੱਖਣਾ ਹੈਗਾ। ਜੇ ਲਘੂ ਮਾਤਰਾ ਹੈਗੀ ਹੈ ਤਾਂ ਉਸ ਨੂੰ ਜਲਦੀ ਬੋਲਣਾ, ਲਮਕਾ ਕੇ ਨਹੀਂ ਬੋਲਣਾ ਹੈਗਾ, ਲੰਬਾ ਕਰਕੇ ਨਹੀਂ ਬੋਲਣਾ, ਇਹ ਗੱਲ ਦਾ ਧਿਆਨ ਰੱਖਣਾ ਹੈਗਾ ਜੀ। ਫਿਰ ਕਿ ਅਸੀਂ ਪੰਜਾਬੀ ਵਿੱਚ ਬਿੰਦੀ ਕਿੱਥੇ ਲੱਗਦੀ ਹੈ, ਟਿੱਪੀ ਕਿੱਥੇ ਲੱਗਦੀ ਹੈ, ਹਿੰਦੀ ਵਿੱਚ ਕਿੱਥੇ ਲੱਗਦੀ ਹੈ, ਹਾਂਜੀ, ਇਹਦੇ ਬਾਰੇ ਵਿਚਾਰ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਅਸੀਂ ਵਿਚਾਰ ਕੀਤਾ ਸੀਗਾ ਵੀ ਪੰਜਾਬੀ ਲਿਖਣ ਦੇ ਵਿੱਚ ਕਿੰਨੀਆਂ ਗਲਤੀਆਂ ਨੇ, ਅਸੀਂ ਕਿੱਦਾਂ ਨੂੰ ਲਿਖਣਾ, ਅਸਲੀ ਅੱਖਰ ਕਿੱਦਾਂ ਹੁੰਦਾ ਤੇ ਅਸੀਂ ਬੋਲਦੇ ਲਾਪਰਵਾਹੀ ਨਾਲ ਕਿੱਦਾਂ ਹੈਗੀਆਂ ਨੇ, ਇਹਨਾਂ ਦੇ ਬਾਰੇ ਵਿਚਾਰ ਕੀਤੀ ਸੀਗੀ। ਅੱਜ ਅਸੀਂ ਜਿਹੜੇ ਬੱਚੇ ਸੈਂਟਰ ਸਕੂਲਾਂ ਵਿੱਚ ਪੜ੍ਹਦੇ ਨੇ, ਪਬਲਿਕ ਸਕੂਲਾਂ ਵਿੱਚ ਪੜ੍ਹਦੇ ਨੇ ਜਾਂ ਬਾਹਰਲੇ ਕੰਟਰੀ ਵਿੱਚ ਰਹਿੰਦੇ ਨੇ, ਉਹਨਾਂ ਨੂੰ ਪੰਜਾਬੀ ਦੇ ਅੱਖਰਾਂ ਦੀ ਗਿਣਤੀ ਦਾ ਨਹੀਂ ਪਤਾ ਲੱਗਦਾ। ਵੀ ਮੈਂ ਜੇ ਫਰਜ਼ ਕਰੋ ਕਿਸੇ ਦੁਕਾਨ ਤੇ ਗਿਆ, ਭਈਏ ਦੀ ਦੁਕਾਨ ਹੈ ਜਾਂ ਸਬਜ਼ੀ ਦੀ ਰੇਹੜੀ ਹੈ, ਉਹਦੇ ਉੱਤੇ ਸਮਾਨ ਲੈਣ ਗਿਆ, ਵਾਲਾ ਕਹਿੰਦਾ ਜੀ 67 ਰੁਪਏ ਦੇ ਦਿਓ, 69 ਰੁਪਏ ਦੇ ਦਿਓ ਜੀ, ਹੈ ਜੀ। ਤਾਂ ਬੱਚੇ ਨੂੰ ਇਹ ਨਹੀਂ ਪਤਾ ਲੱਗਦਾ, ਹੁੰਦੇ ਸਿੱਖ ਨੇ, ਪੰਜਾਬੀ ਹੁੰਦੇ ਨੇ, ਕਿਉਂਕਿ ਸੈਂਟਰ ਸਕੂਲਾਂ ਵਿੱਚ ਪੜ੍ਹੇ ਹੋਣ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ 29 ਕਿੰਨਾ ਹੁੰਦਾ, 37 ਕਿੰਨਾ ਹੁੰਦਾ, 69 ਕਿੰਨਾ ਹੁੰਦਾ, ਇਹਨਾਂ ਅੱਖਰਾਂ ਦੇ ਬਾਰੇ ਪਤਾ ਨਹੀਂ। ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਆਪਣੀ ਬੋਲੀ ਦੇ ਬਾਰੇ। ਇਸ ਲਈ ਅੱਜ ਦਾ ਜਿਹੜਾ ਟੌਪਿਕ ਹੈ ਉਹ ਇਹੀ ਹੈ ਵੀ ਇਹਨਾਂ ਅੱਖਰਾਂ ਨੂੰ ਉਚਾਰਨ ਕਿੱਦਾਂ ਕਰਨਾ। ਮੇਰੇ ਬੈਠੇ ਬੈਠੇ ਦਿਮਾਗ ਦੇ ਵਿੱਚ ਇੱਕ ਵਾਰੀ ਗੱਲ ਆਈ, ਉਹ ਮੈਂ ਨੋਟ ਕਰਕੇ ਰੱਖ ਲਈ। ਮੈਂ ਨੋਟ ਕਿਉਂ ਕੀਤੀ ਹੈ? ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਭੁੱਲ ਜਾਂਦਾ। ਜਿਹੜੀ ਕੀ ਚੀਜ਼ ਤੁਸੀਂ ਅੱਜ ਪੜ੍ਹ ਲਈ, ਸਾਲ ਬਾਅਦ, 2 ਸਾਲ ਬਾਅਦ, 6 ਮਹੀਨਿਆਂ ਬਾਅਦ ਭੁੱਲ ਜਾਗੇ। ਇਸ ਲਈ ਜੇ ਲਿਖ ਕੇ ਰੱਖੀ ਹੋਵੇ ਤੇ ਫਿਰ ਉਹਨੂੰ ਦੁਬਾਰਾ ਦੇਖ ਲਓ, ਮੁੜ ਕੇ ਫਟਾਫਟ ਯਾਦ ਹੋ ਜਾਂਦਾ। ਇਸ ਲਈ ਕੋਈ ਵੀ, ਇਸੇ ਕਰਕੇ ਸਾਨੂੰ ਸਕੂਲ ਦੇ ਵਿੱਚ ਕੋਈ ਐਸੇ ਕਰਾਉਂਦੇ ਨੇ, ਕੋਈ ਪੰਜਾਬੀ ਆ, ਚਾਹੇ ਹਿੰਦੀ ਆ, ਚਾਹੇ ਮੈਥ ਹੈ, ਉਹ ਟੀਚਰ ਕਹਿੰਦੇ ਨੇ ਆਪਣੀਆਂ ਕਾਪੀਆਂ ਤੇ ਨੋਟ ਕਰ ਲਓ। ਉਹ ਨੋਟ ਕਰਨ ਦਾ ਮਤਲਬ ਇਹੀ ਹੁੰਦਾ ਹੈਗਾ ਵੀ ਜੋ ਅਸੀਂ ਦੁਬਾਰਾ ਹੀ ਦੇਖਦੇ ਹਾਂ ਤਾਂ ਜਲਦੀ ਯਾਦ ਹੋ ਜਾਂਦਾ। ਇਸ ਕਰਕੇ ਜਿਹੜਾ ਚਾਰਟ ਮੈਂ ਬਣਾਇਆ, ਜਿਹੜਾ ਸਾਹਮਣੇ ਨਜ਼ਰ ਆ ਰਿਹਾ, ਇਹ 'ਚ 1 ਤੋਂ ਲੈ ਕੇ 100 ਤੱਕ ਗਿਣਤੀ ਹੈ ਜੀ। ਤੇ ਇਹ ਗਿਣਤੀ ਦੇ ਵਿੱਚ ਇੱਕ ਪਾਸੇ ਸਾਈਡ ਦੇ ਉੱਤੇ ਮੈਂ ਅੱਖਰ ਲਿਖੇ ਨੇ, ਈੜੀ ਨੂੰ ਸਿਆਰੀ ਕੱਕਾ 1, ਫਿਰ ਬੱਬਾ ਲਿਖਿਆ, ਫਿਰ ਤੱਤਾ ਲਿਖਿਆ, ਫਿਰ ਚੱਚਾ ਲਿਖਿਆ, ਫਿਰ ਪੱਪਾ ਲਿਖਿਆ, ਫਿਰ ਛੱਛਾ ਲਿਖਿਆ, ਫਿਰ 7 ਲਿਖ ਦਿੱਤਾ, ਫਿਰ 8 ਲਿਖ ਦਿੱਤਾ, ਫਿਰ ਇੱਕ ਲਾਈਨ ਮਾਰ ਕੇ ਉਣ ਲਿਖ ਦਿੱਤਾ, ਊੜੇ ਨੂੰ ਔਂਕੜ, ਨੰਨਾ ਉਣ, ਹੈ ਜੀ। ਤੇ ਉੱਪਰ ਜਿਹੜੀ 20 ਵਾਲੀ ਲਾਈਨ ਆ, 20 ਤੇ 21 ਵਾਲੀ ਲਾਈਨ ਹੈ, ਉਹਦੇ ਉੱਪਰ ਮੈਂ ਬਿਹਾਰੀ ਪਾ ਦਿੱਤੀ। ਤੇ ਜਿਹੜੀ 30 ਵਾਲੀ ਲਾਈਨ ਆ, ਉਹਦੇ ਉੱਪਰ ਮੈਂ 30 ਲਿਖ ਦਿੱਤਾ, ਤੱਤੇ ਨੂੰ ਬਿਹਾਰੀ 30। ਜਿਹੜੀ 40 ਵਾਲੀ ਲਾਈਨ ਆ, ਉਹ ਤੇ ਮੈਂ ਲੀ ਲਿਖ ਦਿੱਤਾ, ਲੱਲੇ ਨੂੰ ਬਿਹਾਰੀ ਲੀ। ਜਿਹੜੀ 5 ਵਾਲੀ ਲਾਈਨ ਆ, 50 ਵਾਲੀ ਲਾਈਨ ਹੈ, ਉਹਦੇ ਵਿੱਚ ਮੈਂ ਲਿਖ ਦਿੱਤਾ ਜਾ। ਫਿਰ ਜਿਹੜੀ 60 ਵਾਲੀ ਲਾਈਨ ਆ, ਉਹਦੇ ਉੱਪਰ ਮੈਂ ਲਿਖਤਾ ਹੱਠ। 70 ਵਾਲੀ ਲਾਈਨ ਵਿੱਚ ਮੈਂ ਲਿਖ ਦਿੱਤਾ ਤੱਤਾ ਰਾਰਾ ਤਰ। 80 ਵਾਲੀ ਲਾਈਨ ਦੇ ਵਿੱਚ ਮੈਂ ਲਿਖਤਾ ਸੀ। 90 ਵਾਲੀ ਲਾਈਨ ਦੇ ਵਿੱਚ ਮੈਂ ਲਿਖਤਾ ਵੇ। ਹਾਂਜੀ, ਇਸ ਤਰ੍ਹਾਂ ਮੈਂ ਅੱਖਰ ਲਿਖੇ ਨੇ। ਇਹ ਅੱਖਰ ਤਾਂ ਲਿਖੇ ਨੇ ਵੀ ਕੋਈ ਵੀ ਅੰਕ ਹੈ, ਉਸ ਨੂੰ ਬੋਲਣ ਤੋਂ ਪਹਿਲਾਂ ਪਹਿਲਾ ਅੱਖਰ ਕੀ ਆਏਗਾ, ਲਾਸਟ ਅੱਖਰ ਕੀ ਆਏਗਾ। ਜਦੋਂ ਸਾਨੂੰ ਇਹ ਪਤਾ ਲੱਗ ਜਾਏਗਾ, ਫਿਰ ਸਾਨੂੰ ਗਿਣਤੀ ਬੁਲਾਉਣੀ ਸੌਖੀ ਹੋ ਜਾਏਗੀ, ਯਾਦ ਕਰਨੀ ਸੌਖੀ ਹੋ ਜਾਏਗੀ। ਕਿਸੇ ਗਾਈਡੈਂਸ ਦੀ ਲੋੜ ਨਹੀਂ ਹੈਗੀ, ਕਿਸੇ ਟੀਚਰ ਦੀ ਲੋੜ ਨਹੀਂ ਹੈਗੀ। ਇਸ ਚਾਰਟ ਦੇ ਨਾਲ ਜਿਹੜਾ ਮੇਰੇ ਦਿਮਾਗ ਦੇ ਵਿੱਚ ਆਇਆ, ਮੈਂ ਇਹ ਚਾਰਟ ਬਣਾਇਆ ਏਦਾਂ, ਅੱਖਰ ਲਿਖ ਕੇ ਉੱਪਰ ਥੱਲੇ ਸਾਈਡ ਦੇ ਉੱਤੇ। ਇਹਨਾਂ ਅੱਖਰਾਂ ਦੀ ਮਦਦ ਦੇ ਨਾਲ ਅਸੀਂ ਕੋਈ ਵੀ ਅੱਖਰ ਹੋਵੇ ਤੇ ਉਸ ਨੂੰ ਗਿਣਤੀ ਅੱਖਰ ਹੋਵੇ, ਉਸ ਨੂੰ ਅਸੀਂ ਬੁਲਾ ਸਕਦੇ ਹਾਂ। ਹਾਂਜੀ, ਹੁਣ ਪਹਿਲੀ ਲਾਈਨ ਉੱਪਰਲੀ ਦੇਖੋ, ਉਹਦੇ 'ਚ 1, 11, 21, 31, ਇਹਦਾ ਲਾਸਟ ਅੱਖਰ 1 ਹੈ। ਇਸ ਲਈ ਮੈਂ ਸਾਈਡ ਦੇ ਉੱਤੇ ਲਿਖਦਾ 1। ਹਾਂਜੀ, ਇਹਦਾ ਮਤਲਬ ਇਹ ਹੋਇਆ ਵੀ ਜਦੋਂ ਇਹਨਾਂ 1 ਹੋਵੇ, 21 ਹੋਵੇ, 31 ਹੋਵੇ, 41 ਹੋਵੇ, ਇਸ ਲਾਈਨ ਦਾ ਕੋਈ ਵੀ ਅੱਖਰ ਹੋਵੇ, ਉਹ ਈੜੀ ਨੂੰ ਸਿਹਾਰੀ ਕੱਕਾ 1 ਨਾਲ ਸ਼ੁਰੂ ਕਰਨਾ। ਅੱਖਰ ਲਾਸਟ ਦੇ ਵਿੱਚ 1 ਹੈ, ਸ਼ੁਰੂ ਕਰਨਾ 1 ਨਾਲ ਹੈ, ਕੋਈ ਵੀ ਅੱਖਰ ਹੋਵੇ। ਪਹਿਲੀਆਂ 2 ਲਾਈਨਾਂ ਨੂੰ ਛੱਡ ਕੇ ਤੇ ਦੂਸਰੀ ਲਾਈਨ ਦੇ ਵਿੱਚ ਮੈਂ ਬੱਬਾ ਲਿਖ ਦਿੱਤਾ। ਇਹ ਬੱਬਾ ਅੱਖਰ ਇਸ ਕਰਕੇ ਲਿਖਿਆ ਕਿਉਂਕਿ ਲਾਸਟ ਵਿੱਚ 2 ਹੈ, ਇੱਥੇ 2 ਲਿਖਣਾ ਚਾਹੀਦਾ ਸੀਗਾ, ਪਰ ਲਿਖਿਆ ਹੋਇਆ ਇੱਥੇ ਬੱਬਾ। ਹੁਣ ਇਹਦੇ ਵਿੱਚ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਇੱਕ 12 ਮਾਹ ਦੇ ਵਿੱਚ ਤੁਕ ਆਉਂਦੀ ਹੈ, ਬੇਦਸ ਮਾਂ ਰੁੱਤੀ ਥਿੱਤੀ ਬਾਰ ਭਲੇ। ਬੇਦਸ, ਬੇ ਮੈਨੇ ਹੁੰਦਾ 2, 10 ਮੈਨੇ ਹੁੰਦਾ 10, ਬੇਦਸ ਮੈਨੇ ਹੁੰਦਾ 12, ਬੇਦਸ ਮਾਹ 12 ਮਹੀਨੇ। ਇਸ ਲਈ ਜਿਹੜਾ ਇਹ ਜਿਹੜਾ ਸ਼ਬਦ ਹੈਗਾ, ਇਹ ਲਹਿੰਦੀ ਪੰਜਾਬੀ ਦਾ ਹੈਗਾ ਅੱਖਰ। ਬੇ ਅੱਖਰ ਲਹਿੰਦੀ ਪੰਜਾਬੀ ਦਾ, ਮਤਲਬ 2 ਨੂੰ ਬੇ ਕਿਹਾ ਜਾਂਦਾ। ਬੇਦਸ
ਮਾਂ ਰੁੱਤੀ ਥਿੱਤੀ ਵਾਰ ਭਲੇ। ਇਸ ਲਈ ਜਿਹੜੀ ਦੂਜੀ ਲਾਈਨ ਹੈ ਉਹਦੇ ਲਾਸਟ ਦੇ ਵਿੱਚ 2 ਲਿਖਿਆ ਹੋਇਆ ਹੈ ਜੀ, 10 2 12 20 2 22 30 30 2 32, ਇਹ ਲਾਸਟ ਵਿੱਚ 2 ਲਿਖਿਆ ਹੋਇਆ। ਇਸ ਕਰਕੇ ਸਾਈਡ ਦੇ ਉੱਤੇ ਮੈਂ ਇਸ ਲਾਈਨ ਦੇ ਸਾਹਮਣੇ ਮੈਂ ਲਿਖ ਦਿੱਤਾ ਬੱਬਾ। ਤੇ ਤੀਸਰੀ ਲਾਈਨ ਦੇ ਵਿੱਚ ਲਾਸਟ ਅੱਖਰ ਸਭ ਦਾ 3 3 3 ਹੈ, ਇਸ ਕਰਕੇ ਮੈਂ ਤੱਤਾ 3, ਇਸ ਕਰਕੇ 3 ਲਿਖਤਾ, ਤੱਤਾ ਲਿਖ ਦਿੱਤਾ। ਚੌਥੀ ਲਾਈਨ ਦੇ ਵਿੱਚ ਲਾਸਟ ਅੱਖਰ 4 ਹੈ, ਚੱਚਾ 4, ਮੈਂ ਚੱਚਾ ਲਿਖ ਦਿੱਤਾ। ਪੰਜਵੀਂ ਲਾਈਨ ਦੇ ਵਿੱਚ ਲਾਸਟ ਅੱਖਰ ਸਭ ਦਾ 5 ਹੈ, ਪੱਪਾ 5, ਇਸ ਕਰਕੇ ਮੈਂ ਪੱਪਾ ਲਿਖ ਦਿੱਤਾ 5। ਤੇ ਅਗਲੀ ਲਾਈਨ ਦੇ ਵਿੱਚ ਲਾਸਟ ਅੱਖਰ ਸਭ ਦਾ 6 ਹੈ, ਇਸ ਕਰਕੇ ਮੈਂ ਛੱਛਾ ਲਿਖ ਦਿੱਤਾ। ਤੇ 7ਵੀਂ ਲਾਈਨ ਦੇ ਵਿੱਚ ਸਭ ਦਾ ਅਖੀਰਲਾ ਅੱਖਰ 7 ਹੈ, ਇਸ ਕਰਕੇ ਮੈਂ 7 ਇਕੱਠੇ ਲਿਖ ਦਿੱਤਾ, ਸੱਸਾ ਵੀ ਲਿਖਤਾ ਤੇ ਤੱਤਾ ਵੀ ਲਿਖ ਦਿੱਤਾ। ਤੇ ਅਗਲੀ ਲਾਈਨ ਦੇ ਵਿੱਚ 8 ਹੈ ਲਾਸਟ ਅੱਖਰ, ਤੇ ਮੈਂ ਮੂਰੇ ਆੜਾ ਠੱਠਾ 8 ਪਾ ਦਿੱਤਾ। ਹੁਣ ਅੱਗੇ ਮੈਂ ਲਾਈਨ ਮਾਰ ਦਿੱਤੀ। ਜਿਹੜਾ 9ਵਾਂ ਜਿਹੜੀ ਅਗਲੀ ਲਾਈਨ ਆ ਉਹ 'ਚ ਲਾਸਟ ਅੱਖਰ ਹੈਗਾ 9। ਇੱਥੇ ਇਹ ਰੂਲ ਲਾਗੂ ਨਹੀਂ ਹੁੰਦਾ, ਇਹਦੇ ਬਾਰੇ ਮੈਨੂੰ ਪੱਕਾ ਨਹੀਂ ਪਤਾ ਹੈਗਾ, ਲੇਕਿਨ ਇਹ ਉਨ ਬੋਲਣਾ। ਤੇ ਜੇ ਇਹਨਾਂ 'ਚ 9 ਹੋਵੇ 19 ਹੋਵੇ, ਕੋਈ ਵੀ ਅੱਖਰ ਹੋਵੇ, 29 39 49 59 69, ਇਹਨਾਂ 'ਚ ਕੋਈ ਵੀ ਅੱਖਰ ਬੋਲਣਾ ਹੋਵੇ ਉਹ ਉਨ ਨਾਲ ਸ਼ੁਰੂ ਕਰਨਾ ਹੈ ਜੀ। ਇਹ ਤਾਂ ਸੀਗਾ ਕੋਈ ਵੀ ਅੱਖਰ ਹੋਵੇ ਉਹਨੂੰ ਕਿਹੜੇ ਅੱਖਰ ਨਾਲ ਸ਼ੁਰੂ ਕਰਨਾ। ਹੁਣ ਲਾਸਟ ਆਵਾਜ਼ ਕਿਹੜੀ ਹੋਣੀ ਚਾਹੀਦੀ ਹੈ? ਹੁਣ ਮੈਂ ਥੱਲੇ ਲਿਖਿਆ ਦੂਏ ਬਿੰਦੀ 20। ਪਹਿਲਾਂ ਅਸਲ ਵਿੱਚ ਨਾ ਬੱਚਿਆਂ ਨੂੰ ਇਹ ਯਾਦ ਕਰਨਾ ਚਾਹੀਦਾ, ਏਕੇ ਬਿੰਦੀ 10, ਦੂਏ ਬਿੰਦੀ 20, ਤੀਏ ਬਿੰਦੀ 30, ਚੌਕੇ ਬਿੰਦੀ 40, ਪਾਂਜੇ ਬਿੰਦੀ 50, ਛਿਕੇ ਬਿੰਦੀ 60, ਸਾਤੇ ਬਿੰਦੀ 70, ਆਠੇ ਬਿੰਦੀ 80, ਨਾਏ ਬਿੰਦੀ 90, ਏਕੇ ਨੂੰ 2 ਬਿੰਦੀਆਂ 100। ਸਭ ਤੋਂ ਪਹਿਲਾਂ ਬੱਚੇ ਬਹੁਤ ਸੌਖੀ ਹੈ, ਇਹ ਬੱਚਿਆਂ ਨੂੰ ਇਹ ਯਾਦ ਕਰਨਾ ਚਾਹੀਦਾ ਜੀ। ਜਦੋਂ ਇਹ ਸਾਨੂੰ ਯਾਦ ਹੋ ਜਾਏਗਾ ਫਿਰ ਆਪਾਂ ਲਿਖਦੇ ਹਾਂ 20, ਦੂਏ ਬਿੰਦੀ 20, ਇਹਦੀ 20 ਆਵਾਜ਼ ਆ ਰਹੀ ਹੈ, ਬਿਹਾਰੀ ਦੀ ਆਵਾਜ਼ ਆ ਰਹੀ ਹੈ ਲਾਸਟ ਦੇ ਵਿੱਚ। ਇਸ ਲਈ ਜਿਹੜੀ ਉੱਪਰੋਂ ਆਪਾਂ 20 1 21 20 2 22, ਜਿਹੜੀ ਇਸ ਲਾਈਨ ਦਾ ਕੋਈ ਵੀ ਅੱਖਰ ਪੜ੍ਹਨਾ ਹੋਵੇ ਤਾਂ ਉਹਨੂੰ ਆਪਾਂ ਲਾਸਟ ਦੇ ਵਿੱਚ ਬਿਹਾਰੀ ਲਾ ਕੇ ਬੋਲਾਂਗੇ। ਜਿਵੇਂ 20 1 21, 20 2 22, ਲਾਸਟ ਦੀ ਆਵਾਜ਼ ਨਾ ਈ ਦੀ ਆਏਗੀ, ਬਿਹਾਰੀ ਦੀ ਆਵਾਜ਼ ਆਏਗੀ। ਹੁਣ ਇਵੇਂ ਕਿ ਤੀਏ ਬਿੰਦੀ 30, ਹੁਣ ਇਹ ਤੀਏ ਬਿੰਦੀ 30 ਦੀ ਆਵਾਜ਼ 30 ਆਪਣੇ ਯਾਦ ਕਰ ਲਿਆ, ਇਹਦੀ ਲਾਸਟ ਆਵਾਜ਼ 30 ਹੈ। ਇਸ ਲਈ ਜਦੋਂ 30 ਵਾਲੀ ਲਾਈਨ ਵਾਲੇ ਕੋਈ ਵੀ ਅੱਖਰ ਪੜਾਂਗੇ ਉਹ ਲਾਸਟ ਆਵਾਜ਼ 30 ਆਏਗੀ। ਇਸੇ ਤਰ੍ਹਾਂ ਚੌਕੇ ਬਿੰਦੀ 40, 40, ਲਾਸਟ ਆਵਾਜ਼ ਆਈ ਹੈ 40 ਦੀ ਲੀ। ਇਸ ਕਰਕੇ ਜਦੋਂ ਆਪਾਂ 40 ਵਾਲੀ ਲਾਈਨ ਕੋਈ ਵੀ ਅੱਖਰ ਪੜਾਂਗੇ ਤਾਂ ਉਹ ਲੀ ਦੀ ਆਵਾਜ਼ ਆਏਗੀ ਲਾਸਟ, ਜਿਵੇਂ 41 41 ਹੈ ਜੀ। ਇਸੇ ਤਰ੍ਹਾਂ ਪਾਂਜੇ ਬਿੰਦੀ 50। ਹੁਣ ਜਾ, ਜੋ 50 ਵਾਲੀ ਲਾਈਨ ਦਾ ਕੋਈ ਵੀ ਅੱਖਰ ਪੜਾਂਗੇ ਤਾਂ ਉਹ ਜਾ ਦੀ ਆਵਾਜ਼ ਆਏਗੀ, ਲਾਸਟ ਆਵਾਜ਼ ਹੈ ਜੀ। ਜਿਵੇਂ ਕਿ 60, ਉਸੇ ਲਿਖਿਆ ਬੋਲਦੇ ਆਪਾਂ ਸੀਕਵੈਂਸ 60 ਹੈ, ਲੇਕਿਨ ਇੱਥੇ 8 ਦੀ ਆਵਾਜ਼ ਆਉਂਦੀ ਹੈ, ਇਹਦਾ ਧਿਆਨ ਰੱਖਣਾ। ਜਿਵੇਂ ਕਿਤੇ 7 ਬਿੰਦੀ 70, ਲਾਸਟ ਦੇ ਵਿੱਚ ਤੱਤਾ ਰਾਰਾ ਤਰ ਦੀ ਆਵਾਜ਼ ਆ ਰਹੀ ਹੈ। ਹੁਣ ਇਹਦੇ ਵਿੱਚ ਜਦੋਂ 70 ਵਾਲੀ ਲਾਈਨ ਬੋਲਾਂਗੇ ਉਹ ਲਾਸਟ ਦੇ ਵਿੱਚ ਤੱਤਾ ਰਾਰਾ ਤਰ ਦੀ ਆਵਾਜ਼ ਆਏਗੀ ਜੀ। ਤੇ ਇਵੇਂ ਕਿ 8 ਬਿੰਦੀ 80 ਤੇ ਸੀ ਆਵਾਜ਼ ਆਈ, ਤੇ ਜੋ 8 ਵਾਲੀ ਆਵਾਜ਼ ਲਾਈਨ ਪੜਾਂਗੇ ਤਾਂ 8 80 1 81, ਲਾਸਟ ਆਵਾਜ਼ ਸੀ ਆਏਗੀ ਜੀ। 9 ਬਿੰਦੀ 90, ਹੁਣ ਜਦੋਂ 90 ਵਾਲੀ ਲਾਈਨ ਵਾਲੀ ਪੜਾਂਗੇ ਅਸੀਂ 90 91, ਉੱਥੇ ਵੇਂ ਦੀ ਆਵਾਜ਼ ਆਏਗੀ। ਹੁਣ 8 ਤੋਂ ਬਾਅਦ ਮੈਂ ਇੱਕ ਲਾਈਨ ਲਾ ਦਿੱਤੀ ਹੈ। ਲਾਈਨ ਲਾਉਣ ਦਾ ਮਤਲਬ ਇਹ ਹੈ ਗੱਡੀ ਰੇਲਵੇ ਸਟੇਸ਼ਨ ਤੇ ਪਹੁੰਚ ਗਈ, ਹੁਣ ਇਹਦਾ ਕਾਂਟਾ ਚੇਂਜ ਕਰਨਾ ਤਾਂ ਕਿ ਇਹ ਆਪਣੇ ਸਹੀ ਪਲੇਟਫਾਰਮ ਦੇ ਉੱਤੇ ਪਹੁੰਚ ਜਾਵੇ। ਹੁਣ ਜਦੋਂ ਅਸੀਂ 20 9 29 ਪੜ੍ਹਨਾ, ਉਹਦੇ ਵਿੱਚ ਲਾਸਟ ਜਿਹੜੀ ਆਵਾਜ਼ ਹੈ ਉਹ ਈ ਦੀ ਨਹੀਂ ਆਏਗੀ, ਜਾਂ 30 9 39, ਇਹਦੀ ਨਾ 30 ਦੀ ਆਵਾਜ਼ ਨਾ ਚੇਂਜ ਹੋ ਜਾਏਗੀ ਇੱਥੇ। ਹੁਣ ਇਹ ਜਿਹੜੇ 9 ਵਾਲੇ ਅੱਖਰ ਵਾਲੀ ਦੇ ਲਾਈਨ ਨੇ, ਇਹਨਾਂ ਨੂੰ ਪੜ੍ਹਨ ਤੋਂ ਪਹਿਲਾਂ ਉਸ ਤੋਂ ਹੇਠਲੀ ਲਾਈਨ ਪਹਿਲਾਂ ਪੜ੍ਹੋ। ਜਦੋਂ ਆਪਾਂ 20 9 29 ਕਹਿਣਾ, ਇਸ ਨੂੰ ਪੜ੍ਹਨ ਤੋਂ ਪਹਿਲਾਂ 30 ਬਿੰਦੀ 30 ਪੜ੍ਹੋ, ਅਗਲਾ ਅੱਖਰ ਪੜ੍ਹੋ। ਹੁਣ 30 ਬਿੰਦੀ 30, ਤਾਂ ਜਿਹੜੀ 29 ਦੀ ਆਵਾਜ਼ ਹੈ ਉਹ 30 ਨਾਲ ਮਿਲੇਗੀ, 30 ਬੋਲਣਾ, 29 ਜਿਵੇਂ 40 9 49, 49 ਪੜ੍ਹਨ ਤੋਂ ਪਹਿਲਾਂ 50 ਨੂੰ ਪੜ੍ਹੋ। ਜੋ 50 ਇਹ ਲਾਸਟ ਆਵਾਜ਼ 50 ਦੀ ਜਾ ਆਉਂਦੀ ਹੈ, ਇਸ ਕਰਕੇ 49 ਦੀ ਲਾਸਟ ਆਵਾਜ਼ ਜਾ ਆਏਗੀ। ਇਸ ਤਰ੍ਹਾਂ ਅਸੀਂ ਕੋਈ ਵੀ ਅੱਖਰ ਪੜ੍ਹਨਾ ਹੋਵੇ, ਅੰਕ ਪੜ੍ਹਨਾ ਹੋਵੇ, ਇਸ ਚਾਰਟ ਦੇ ਨਾਲ
बिना किसी टीचर तो बिना किसी गाइडेंस तो याद कर सकते हैं। जे कोई बच्चा इसनूं 5-10 बारी रोज पढ़ लवे, 5-7 दिन पढ़ता रहे तो उन्होंने पक्का याद हो जाएगा। ये नहीं हैगा भी चार्ट देख लिया समझ लिया मुड़ के उसका रिविजन नहीं किया, उसते प्रैक्टिकल नहीं किया, फिर गल नहीं बननी। 5-5 10-10 बारी रोज इस चार्ट नूं इस तरीके नाल पढ़ लवे। हुण पढ़ना किद्दां हैगा, ਅਸੀਂ 1 ਤੋਂ ਲੈ ਕੇ तकरीबन 20 तक सारे बच्चे पंजाबी जानते ने। 1 2 3 4 5 6 7 8 9 10 ਜਿਹੜੀ 11 ਵਾਲੀ ਲਾਈਨ ਹੈ ਇਹਦੇ ਵਿੱਚ ਕੰਨਾਂ ਲਾ ਕੇ ਉੱਤੇ ਬਿੰਦੀ ਦੀ ਆਵਾਜ਼ ਆਏਗੀ ਜੀ। ਜਿਵੇਂ 11 12 13 14 15 16 17 18 19 20 ਇਸੇ ਤੱਕ ਤਾਂ ਬੱਚਿਆਂ ਨੂੰ ਯਾਦ ਕਰਨਾ ਪਏਗਾ। ਬਹੁਤਾ ਇਸੇ ਫਾਰਮੂਲਾ ਨਹੀਂ ਲੱਗਦਾ ਹੈਗਾ। 1 ਤੋਂ ਲੈ ਕੇ 10 ਤੱਕ ਗਿਣਤੀ ਸਾਨੂੰ ਯਾਦ ਕਰਨੀ ਹੀ ਪਏਗੀ। ਉਸ ਤੋਂ ਬਾਅਦ ਅੱਗੇ ਆ ਗਿਆ 20 1 21। ਪੁਰਾਣੇ ਜ਼ਮਾਨੇ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹੁੰਦੇ ਸੀਗੇ 20 1 21 20 2 22 20 3 23। ਲੇਕਿਨ ਮੈਂ ਇਹਦੇ ਵਿੱਚ ਥੋੜਾ ਜਿਹਾ ਐਡੀਸ਼ਨਲ ਕਰ ਦਿੱਤੀ ਹੈ ਵੀ ਜਦੋਂ 20 1 ਬੋਲਣਾ 20 1 ਬੋਲਣਾ, ਪਹਿਲਾਂ 20 ਬੋਲਣਾ ਫਿਰ 1 ਫਿਰ 20 2 20 3 ਬੋਲਣਾ। ਇਦਾਂ ਹੀ ਆ ਪੁਰਾਣੇ ਤਰੀਕੇ ਨਾਲ। ਲੇਕਿਨ ਇਹਦੇ ਵਿੱਚ ਮੈਂ ਐਡੀਸ਼ਨਲ ਕਰ ਦਿੱਤਾ ਵੀ ਜਿਹੜਾ ਅਖੀਰ ਪਹਿਲਾ ਅੱਖਰ ਹੈ ਉਹ 1 ਹੋਏਗਾ। ਲਾਸਟ ਆਵਾਜ਼ ਜਿਹੜੀ ਸਾਈਡ ਤੇ ਮੈਂ 1 ਲਿਖਿਆ ਨਾ, ਕਿਉਂਕਿ ਇਹਦਾ ਲਾਸਟ ਅੱਖਰ 1 ਹੈ ਤੇ ਇਹ 1 ਨਾਲ ਸ਼ੁਰੂ ਹੋਏਗਾ ਤੇ ਜਿਹੜੀ ਲਾਸਟ ਆਵਾਜ਼ ਆਏਗੀ ਉਹ ਬਿਹਾਰੀ ਦੀ ਆਏਗੀ। ਜਿਵੇਂ 20 1 21 20 2 22। हाँ, ਇਹਦਾ ਜ਼ਰੂਰ ਇਹ ਧਿਆਨ ਰੱਖਣਾ ਜਿਹੜੀਆਂ ਮਾਤਰਾ ਲਾਉਣੀਆਂ ਨੇ ਉਹ ਅਸੀਂ ਆਪਣੇ ਦਿਮਾਗ ਨਾਲ ਸੋਚ ਕੇ ਸਮਝ ਕੇ ਲਾਣੀਆਂ ਨੇ। ਇਹ ਨਹੀਂ ਹੈਗਾ, ਇਹਨਾਂ ਦਾ ਕੋਈ ਫਾਰਮੂਲਾ ਨਹੀਂ ਹੈਗਾ ਵੀ ਜੇ ਨੂੰ ਇੱਕ ਕੰਨਾ ਲਾਉਣਾ ਜਾਂ ਬਿਹਾਰੀ ਲਾਉਣੀ ਹੈ ਜਾਂ ਟਿੱਪੀ ਲਾਉਣੀ ਜਾਂ ਔਂਕੜ ਲਾਉਣਾ ਜਾਂ ਤਲੰਕੜ ਲਾਉਣਾ, ਇਹਦਾ ਕੋਈ ਫਾਰਮੂਲਾ ਨਹੀਂ ਹੈਗਾ। ਇਹ ਅਸੀਂ ਆਪਣੇ ਦਿਮਾਗ ਨਾਲ ਸੋਚ ਕੇ ਜਦੋਂ ਅਸੀਂ ਪ੍ਰੈਕਟਿਸ ਕਰਾਂਗੇ ਫਿਰ ਸਾਨੂੰ ਪਤਾ ਲੱਗ ਜਾਏਗਾ। ਜਿਵੇਂ 20 1 21 20 2 22 20 3 23 20 4। ਹੁਣ ਇਹ ਚੱਚੇ ਨਾਲ ਸ਼ੁਰੂ ਕਰਨਾ ਕਿਉਂਕਿ ਅਖੀਰ ਦੇ ਵਿੱਚ ਜਿਹੜਾ ਅਖੀਰਲਾ ਅੱਖਰ ਹੈ ਉਹਦੀ ਆਵਾਜ਼ ਪਹਿਲਾਂ ਕੱਢਣੀ ਆ। ਅਖੀਰਲਾ ਅੱਖਰ 4 ਹੈ, ਆਪਾਂ ਚੱਚੇ ਨਾਲ ਸ਼ੁਰੂ ਕਰਾਂਗੇ 20 4 24 20 5 25 20 6 26 20 7 27 20 8 28। ਹੁਣ ਇੱਥੇ ਅਸੀਂ ਲਾਈਨ ਲਾ ਦਿੱਤੀ ਹੈ। ਹੁਣ ਇੱਥੇ ਅਖੀਰਲੀ ਜਿਹੜੀ ਆਵਾਜ਼ ਆ ਉਹ ਬਿਹਾਰੀ ਦੀ ਨਹੀਂ ਆਉਣੀ ਹੈਗੀ ਤੇ 20 9 29 ਪੜ੍ਹਨ ਤੋਂ ਪਹਿਲਾਂ 20 30 ਬਿੰਦੀ 30। ਹੁਣ 30 ਦੀ ਆਵਾਜ਼ 30 ਆਵਾਜ਼ ਆਈ ਹੈ ਹਾਂਜੀ। ਤੇ ਇਸੇ ਕਰਕੇ ਜਿਹੜੀ 29 ਦੀ ਆਵਾਜ਼ ਹੈ ਉਹ 30 ਨਾਲ ਮਿਲੇਗੀ ਹਾਂਜੀ। 20 9 ਪਹਿਲੇ ਅੱਖਰ ਹੈਗੇ ਨੇ 29 ਹਾਂਜੀ। ਲਾਸਟ ਆਏਗੀ 20 9 29 ਹਾਂਜੀ ਤੇ 30 ਬਿੰਦੀ 30। ਹੁਣ ਜਦੋਂ ਆਪਾਂ 30 ਵਾਲੀ ਲਾਈਨ ਪੜ੍ਹ ਰਹੇ ਹਾਂ ਉਹਦੀ ਲਾਸਟ ਆਵਾਜ਼ 30 ਹੋਣੀ ਆ। ਪਹਿਲੀ ਆਵਾਜ਼ ਆਉਣੀ ਆ 1 ਪਹਿਲੀ ਲਾਈਨ ਦੀ, ਦੂਜੀ ਲਾਈਨ ਦੀ ਬੱਬੇ ਨਾਲ, ਤੀਜੀ ਲਾਈਨ ਦੀ ਤੱਤੇ ਨਾਲ, ਚੌਥੇ ਲਾਈਨ ਦੀ ਚੌਕੇ ਨਾਲ ਚੱਚੇ ਨਾਲ। ਹੁਣ ਇਹ 30 1 31 30 2 32 30 3 33 30 4 34 30 5 35 30 6 36 30 7 37 30 8 38। ਹੁਣ ਇੱਥੇ ਆਵਾਜ਼ 30 ਦੀ ਨਹੀਂ ਆਉਣੀ। 30 9 ਜਿਹੜੀ 9 ਇਹਦੀ ਜਿਹੜੀ ਆਵਾਜ਼ ਹੈ ਉਹ 40 ਨਾਲ ਮਿਲੇਗੀ ਜੀ। 30 9 ਚੌਕੇ ਬਿੰਦੀ 40 ਲੀ ਆਵਾਜ਼ ਆਈ। ਇਹ ਪੜਾਂਗੇ ਪਹਿਲੀ ਆਵਾਜ਼ ਕੱਢਾਂਗੇ ਉਨ ਤਾ ਲੀ 30 9 ਉਨ ਤਾ ਲੀ ਚੌਕੇ ਬਿੰਦੀ 40। ਹੁਣ 40 ਦੀ ਲਾਈਨ ਪੜ੍ਹਦੇ ਆਪਾਂ ਜੀ। 40 1 41 40 2 42 40 3 43 40 4 44 40 5 45 40 6 46 40 7 47 40 8 48। ਹੁਣ ਇਸੇ ਆਵਾਜ਼ ਚੇਂਜ ਹੋ ਜਾਏਗੀ ਹੈ ਜੀ। ਜਿਹੜੀ 49 ਦੀ ਆਵਾਜ਼ ਆ ਉਹ 50 ਨਾਲ ਮਿਲੇਗੀ। 5 ਦੀ 50 ਤੇ ਇਹ ਜਿਹੜੀ 49 ਦੀ ਆਵਾਜ਼ ਆ ਉਹ 50 ਦੀ ਆਵਾਜ਼ ਨਾਲ ਮਿਲੇਗੀ। 40 9 49 5 ਬਿੰਦੀ 50 49 50 ਜੀ। ਹੁਣ 5 ਵਾਲੀ ਲਾਈਨ ਅਸੀਂ ਪੜ੍ਹਨ ਲੱਗੇ ਹਾਂ
51 51, 52 52, 53 53, 54 54, 55 55, 56 56, 57 57, 58 58। ਹੁਣ 59 ਇਹ ਆਵਾਜ਼ ਚੇਂਜ ਹੋ ਗਈ, ਇਹ ਆਵਾਜ਼ 60 ਨਾਲ ਮਿਲੇਗੀ। 59 59 59, ਹਾਂਜੀ। ਇਹ ਦੋ ਅੱਖਰ ਪਹਿਲਾਂ ਇਹਦੇ ਖੱਬੇ ਹੱਥ ਲਿਖੇ ਨੇ, ਦੋ ਅੱਖਰ ਉੱਪਰ ਲਿਖੇ ਨੇ, ਇਹ ਚਾਰੇ ਅੱਖਰ ਲਿਖੇ ਹੋਏ ਨੇ। ਲਗਾ ਮਾਤਰਾ ਅਸੀਂ ਆਪਣੇ ਕੋਲੋਂ ਦਿਮਾਗ ਨਾਲ ਸੋਚ ਕੇ ਲਾਉਣੀਆਂ ਨੇ। 59 59, ਠੀਕ ਹੈ ਬਿੰਦੀ 60, 61 61, 62 62। ਹੁਣ ਦੇਖੋ 62 ਦੇ 3 ਅੱਖਰ ਹੁੰਦੇ ਨੇ, ਇੱਕ ਅੱਖਰ ਬਾਅਦ ਸਟਾਰਟਿੰਗ ਦੇ ਲਿਖ ਦਿੱਤਾ ਤੇ ਦੋ ਅੱਖਰ ਅਸੀਂ ਉੱਪਰ ਲਿਖ ਦਿੱਤੇ, ਇਹ ਤਿੰਨੇ ਅੱਖਰ ਬੋਲੇ ਜਾਣਗੇ। 61 61, 62 62, 63 63, 64 64, 65 65, 66 66, 67 67। ਹੁਣ 67 ਹੈ, ਇਹਨੂੰ ਚਾਰ ਅੱਖਰ ਲੱਗੇ ਜਾਂਦੇ ਨੇ, ਦੋ ਅੱਖਰ ਸੱਸਾ ਤੱਤਾ ਪਹਿਲਾਂ ਬੋਲਣੇ ਨੇ ਤੇ ਲਾਸਟ ਦੇ ਤੇ ਹੱਥ ਬੋਲਣਾ, ਚਾਰੇ ਅੱਖਰ ਲਿਖੇ ਹੋਏ ਨੇ। ਲਗਾ ਮਾਤਰਾ ਅਸੀਂ ਆਪਣੇ ਕੋਲ ਲਾਉਣੀਆਂ ਨੇ। 67 67, 60 68 68। ਹੁਣ ਦੇਖੋ 68 ਦੇ ਵੀ ਚਾਰੇ ਅੱਖਰ, ਦੋ ਅੱਖਰ ਪਹਿਲਾਂ ਲਿਖ ਦਿੱਤੇ, ਦੋ ਅੱਖਰ ਉੱਪਰ ਲਿਖ ਦਿੱਤੇ। ਪਹਿਲੇ ਦੋ ਅੱਖਰ 68। ਹੁਣ 69 ਇਹਦੀ 70 ਨਾਲ ਆਵਾਜ਼ ਆਏਗੀ, ਆਵਾਜ਼ ਚੇਂਜ ਹੋ ਜਾਏਗੀ। ਸਾਤੇ ਬੰਦੀ 70 ਤਰ। ਹੁਣ ਇਹ ਜਿਹੜਾ 69 ਹੈ, ਇਹਦੀ ਲਾਸਟ ਬਾਰ ਆਵਾਜ਼ ਆਏਗੀ ਤਰ, ਪਹਿਲੀ ਆਵਾਜ਼ ਆਏਗੀ 69 69 69, ਸਾਤੇ ਬਿੰਦੀ 70। ਹੁਣ ਅੱਗੇ ਆ ਗਿਆ 7 ਵਾਲੀ ਲਾਈਨ 71 71। ਕਈ ਬੱਚੇ ਬੋਲਦੇ ਨੇ, ਵੱਡੇ ਵੀ ਬੋਲ ਜਾਂਦੇ ਨੇ 71 ਬੋਲਦੇ ਨੇ 71, ਇਹਨੂੰ 71 ਬੋਲਣਾ ਈੜੀ ਨਾਲ। 71 62 62, 63 63, 64 64, 65 65, 66 66, 67 67, 68 68, 69 69, ਸਾਦੇ ਬਿੰਦੀ 70। ਹੁਣ 70 ਲਾਈਨ ਪੜ੍ਹਨੀ ਹੈ। 71 71, 72 72, 73 73, 74 74, 75 75, 76 76, 77 77। ਹੁਣ 77 ਦੇ ਦੋ ਅੱਖਰ ਪਹਿਲਾਂ ਲਿਖੇ ਹੋਏ ਨੇ ਖੱਬੇ ਹੱਥ ਤੇ ਦੋ ਅੱਖਰ ਉੱਪਰ ਲਿਖੇ ਨੇ ਤਰ। 77 70 8 78। ਹੁਣ ਜਿਹੜਾ 79 ਹੈਗਾ, ਇਹਦੀ ਲਾਸਟ ਬਾਅਦ ਚੇਂਜ ਹੋ ਜਾਏਗੀ, ਉਹ 80 ਨਾਲ ਮਿਲੇਗੀ। 80 ਸੱਸੇ ਨੂੰ ਪਿਆਰੀ ਸੀ। ਹੁਣ ਇਹਦੇ 69 ਦੀ ਆਵਾਜ਼ ਸੀ ਆਏਗੀ ਲਾਸਟ, ਪਹਿਲੀ ਆਵਾਜ਼ ਆਏਗੀ 69 79, 70 9 79, 8 ਬਿੰਦੀ 80। ਹੁਣ ਇੱਕ ਨਿਕਲੇ 81 81। ਹੁਣ ਕਈ ਵਾਰ ਇਹਨੂੰ 81 ਬੋਲਦੇ ਨੇ, 81 ਨਹੀਂ ਬੋਲਣਾ, 81 ਈੜੀ ਕੱਕਾ 81। 82 82, 83 83, 84 84, 85 85, 86 86, 87 87, 88 88। ਹੁਣ ਦੇਖੋ ਇਹ 88 ਦੇ ਨੇ, ਇਹ ਤਿੰਨ ਅੱਖਰ ਬੋਲੇ ਜਾਂਦੇ ਨੇ, ਦੋ ਅੱਖਰ ਪਹਿਲਾਂ ਲਿਖੇ ਹੋਣੇ, ਮੈਂ 8 ਆੜਾ ਸੇ ਠੱਠਾ ਤੇ ਸੀ ਲਾਸਟ ਦੇ ਵਿੱਚ ਬੋਲਿਆ ਜਾਂਦਾ 88। ਸਿਰਫ 8 ਨੂੰ ਕੰਨਾ ਲਾਇਆ ਆਪਾਂ ਨੇ, ਬਾਕੀ ਸਾਰੇ ਅੱਖਰ ਹੋਈ ਨੇ। 88 88। ਹੁਣ 89। ਹੁਣ ਇਹਦੀ ਲਾਸਟ ਆਵਾਜ਼ ਚੇਂਜ ਹੋ ਗਈ, ਹੁਣ ਇਹਦੀ ਲਾਸਟ ਆਵਾਜ਼ 90 ਨਾਲ ਮਿਲੇਗੀ। 80 9 ਬਿੰਦੀ 90। ਹੁਣ 89 99 9 ਬਿੰਦੀ 90। ਹੁਣ 9 ਵਾਲੀ ਲਾਈਨ ਹੈਗੀ ਹੈ 91 91, 92 92, 93 93, 94 94, 95 95, 96 96, 97 97, 98 98। ਹੁਣ ਇਹ 99 ਆ,
ਇਹਦੀ ਆਵਾਜ਼ ਚੇਂਜ ਹੋ ਗਈ ਹੈ ਜੀ। ਇਹਨੂੰ ਉਣ ਨਾਲ ਨਹੀਂ ਸ਼ੁਰੂ ਕਰਨਾ, ਇਹਨੂੰ ਨੰਨੇ ਨਾਲ ਸ਼ੁਰੂ ਕਰਨਾ। 99 99 ਇਹਨੂੰ ਉਣ ਨਾਲ ਸ਼ੁਰੂ ਨਹੀਂ ਕਰਨਾ, ਇਹਦਾ 99 ਇਹ ਕਿਹਨੂੰ ਦੇ ਦਿੰਦੀ ਆ 100। ਇਸੇ ਤਰ੍ਹਾਂ ਜੇ ਅਸੀਂ ਇਹਨੂੰ ਰੋਜ਼ 4-4 ਵਾਰੀ ਬੱਚੇ ਪੜ੍ਹ ਲੈਣ ਤਾਂ ਕੋਈ ਐਸੀ ਗੱਲ ਨਹੀਂ ਹੈਗੀ ਵੀ ਉਹਨਾਂ ਨੂੰ ਪੰਜਾਬੀ ਦੀ ਗਿਣਤੀ ਨਾ ਆਵੇ। ਸਾਨੂੰ ਗਿਣਤੀ ਬੱਚਿਆਂ ਨੂੰ ਜ਼ਰੂਰ ਆਉਣੀ ਚਾਹੀਦੀ ਹੈ, ਗਿਣਤੀ ਵੀ ਆਉਣੀ ਚਾਹੀਦੀ ਹੈ, ਲਿਖਣਾ ਪੜ੍ਹਨਾ ਵੀ ਆਉਣਾ ਚਾਹੀਦਾ। ਇਸ ਦਾ ਜਿਹੜਾ ਟੌਪਿਕ ਸੀ ਮੇਰਾ ਇਹੀ ਸੀ ਵੀ ਇਸ ਨੂੰ ਬਿਨਾਂ ਟੀਚਰ ਤੋਂ, ਬਿਨਾਂ ਗਾਈਡੈਂਸ ਤੋਂ ਅਸੀਂ ਇਸ ਚਾਰਟ ਦੇ ਨਾਲ ਕਿਸੇ ਵੀ ਅੰਕ ਨੂੰ ਪੜ੍ਹਨਾ ਹੈਗਾ। ਪਹਿਲੀ ਆਵਾਜ਼ ਕਿਹੜੀ ਹੁੰਦੀ ਹੈ, ਲਾਸਟ ਆਵਾਜ਼ ਕਿਹੜੀ ਹੁੰਦੀ ਹੈ, ਅਸੀਂ ਫਿਰ ਉਸ ਦਿਮਾਗ ਦੇ ਨਾਲ ਉਹਦੀ ਕਿਹੜੀ ਮਾਤਰਾ ਲਾਉਣੀ ਹੈ, ਤਿੰਨਾ ਲਾਉਣਾ ਜਾਂ ਬਿੰਦੀ ਲਾਉਣੀ ਹੈ ਜਾਂ ਟਿੱਪੀ ਲਾਉਣੀ ਹੈ ਜਾਂ ਅਧਿਕ ਲਾਉਣੀ ਹੈ, ਉਹ ਅਸੀਂ ਫਿਰ ਆਪਣੇ ਦਿਮਾਗ ਨਾਲ ਸੋਚ ਕੇ ਲਾਉਣੀ ਹੈ। ਫਿਰ ਅੱਖਰਾਂ ਦਾ ਜ਼ਰੂਰ ਕਿਹੜੀ ਪਹਿਲੀ ਆਵਾਜ਼ ਕਿਹੜੀ ਆਏਗੀ, ਲਾਸਟ ਆਵਾਜ਼ ਕਿਹੜੀ ਆਏਗੀ, ਇਸ ਤਰ੍ਹਾਂ ਅਸੀਂ ਇਹਨੂੰ ਏਦਾਂ ਯਾਦ ਕਰ ਸਕਦੇ ਹਾਂ। ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈਗੀ। ਸਿਰਫ 1-2 ਵਾਰੀ ਅਸੀਂ ਗਾਈਡੈਂਸ ਲੈ ਲਓ, ਥੋੜੀ ਦੇਖ ਲਓ, ਪੁੱਛ ਲਓ ਕਿਸੇ ਨੂੰ, ਮਦਰ ਨੂੰ, ਫਾਦਰ ਨੂੰ, ਬ੍ਰਦਰ ਨੂੰ, ਤੇ ਉਸ ਤੋਂ ਬਾਅਦ ਅਸੀਂ ਮਾੜਾ ਮੋਟਾ ਆਪਣੇ ਆਪ ਇਹਨੂੰ ਪੜ੍ਹ ਲੈਂਦੇ ਹਾਂ। 5-5 ਵਾਰੀ ਰੋਜ਼ ਪੜ੍ਹੀਏ, ਧਿਆਨ ਨਾਲ ਪੜ੍ਹੀਏ ਤਾਂ 5-10 ਦਿਨ ਦੇ ਅੰਦਰ ਅੰਦਰ ਅਸੀਂ ਪੱਕਾ ਸਿੱਖ ਜਾਵਾਂਗੇ। ਕੋਈ ਐਸੀ ਗੱਲ ਨਹੀਂ ਹੋਏਗੀ ਸਾਨੂੰ ਗਿਣਤੀ ਨਹੀਂ ਆਏਗੀ। ਤੇ ਅੱਜ ਦੇ ਇਸ ਟੌਪਿਕ ਦੇ ਵਿੱਚ ਸਾਡੀ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਹੁਣ ਅਸੀਂ ਬੱਚਿਆਂ ਵਾਸਤੇ ਸਾਡੇ ਮੈਂ ਟੌਪਿਕ ਲਏ ਨੇ ਅੱਜ। ਬੱਚਿਆਂ ਵਾਸਤੇ ਟੌਪਿਕ ਇਹ ਲਿਆ ਜੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਵੀ, ਹਿੰਦੀ ਵਿੱਚ ਵੀ, ਪੰਜਾਬੀ ਵਿੱਚ ਵੀ, ਸਾਇੰਸ ਵਿੱਚ ਵੀ, ਮੈਥ ਵਿੱਚ ਵੀ, ਸੋਸ਼ਲ ਸਟੱਡੀ ਵਿੱਚ ਵੀ ਵੱਧ ਤੋਂ ਵੱਧ ਨੰਬਰ ਆਉਣੇ ਚਾਹੀਦੇ ਨੇ। ਹੁਣ ਅੱਜ ਦਾ ਹੁਣ ਮੈਂ ਨੈਕਸਟ ਟੌਪਿਕ ਲਿਆ, ਵੀਰ ਜੀ ਇਹਨੂੰ ਰਿਪੀਟ ਕਰਨ ਦੀ ਲੋੜ ਤਾਂ ਨਹੀਂ ਹੈਗੀ ਦੁਬਾਰਾ ਜੀ? ਹਾਂਜੀ ਹੈਲੋ ਜੀ, ਠੀਕ ਹੈ ਠੀਕ ਹੈ। ਨੈਕਸਟ ਟੌਪਿਕ ਲਿਆ ਜੀ, ਉਹ ਇਹ ਲਿਆ ਹੈਗਾ ਵੀ ਅੰਗਰੇਜ਼ੀ ਦੇ ਵਿੱਚ, ਇਹ ਟੌਪਿਕ ਮੈਂ ਇਸ ਕਰਕੇ ਲਿਆ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਆ ਜਾਵੇ, ਵੀ ਇਸ ਅੱਖਰ ਦੀ ਆਵਾਜ਼ ਕਿੱਦਾਂ ਕੱਢਣੀ ਆ, ਇਹਦੇ ਫਾਰਮੂਲੇ ਕੀ ਨੇ, ਇਹਦੇ ਨਿਯਮ ਕੀ ਨੇ। ਇਹ ਨਹੀਂ ਹੈਗਾ ਸੀ ਨੂੰ ਕਿਤੇ ਕੱਕਾ ਬੋਲਤਾ, ਕਿਤੇ ਸੱਸਾ ਬੋਲਤਾ, ਇਹਦਾ ਨਿਯਮ ਕੀ ਆ, ਇਹਦਾ ਫਾਰਮੂਲਾ ਕੀ ਆ। ਅਗਰ ਸਾਨੂੰ ਬੱਚਿਆਂ ਨੂੰ ਇਸ ਫਾਰਮੂਲੇ ਦਾ ਪਤਾ ਹੋਏਗਾ ਤਾਂ ਫਿਰ ਅਸੀਂ ਇਸ ਦੀ ਆਵਾਜ਼ ਠੀਕ ਕੱਢ ਸਕਦੇ ਹਾਂ। ਅੱਜ ਅੰਗਰੇਜ਼ੀ ਦੇ 4 ਅੱਖਰ ਨੇ, ਇੱਕ ਸੀ, ਇੱਕ ਐਸ, ਇੱਕ ਜੀ, ਇੱਕ ਟੀ। ਇਹਦੇ ਬਾਰੇ ਜਿੰਨਾ ਕੁ ਆਪਣੇ ਕੋਲ ਵਿਚਾਰ ਹੋਇਆ, ਟਾਈਮ ਮਿਲਿਆ, ਉਹਦੇ ਵਿੱਚ ਆਪਾਂ ਇਹਦੀ ਵਿਚਾਰ ਕਰਾਂਗੇ। ਇਹ ਸਿਰਫ ਇਸੇ ਕਰਕੇ ਹੈ ਵੀ ਸਾਡਾ ਮਾਹੌਲ ਨਾ ਉੜੇ। ਅਸੀਂ ਬਾਹਰ ਜਾਂਦੇ ਹਾਂ, ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਅੱਖਰ ਅੱਜ ਤੱਕ ਕਦੇ ਪੜ੍ਹੇ ਨਹੀਂ ਹੈਗੇ ਉਹਨਾਂ ਦੀ ਆਵਾਜ਼ ਕਿੱਦਾਂ ਕੱਢਣੀ ਆ। ਸੀ ਦੀ ਆਵਾਜ਼ ਕੱਕਾ ਕੱਢਣੀ ਹੈ ਜਾਂ ਸੱਸਾ ਕੱਢਣੀ ਆ। ਇਹਨਾਂ 4 ਅੱਖਰਾਂ ਦੀਆਂ 2-2 ਆਵਾਜ਼ਾਂ ਨੇ। ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸਣ ਲੱਗਿਆ ਤਾਂ ਕਿ ਸਾਡੇ ਬੱਚੇ ਵੱਧ ਤੋਂ ਵੱਧ ਅੰਗਰੇਜ਼ੀ ਸਿੱਖਣ। ਪਹਿਲਾ ਅੱਖਰ ਹੈ ਜੀ ਸੀ, ABC, ਤੀਜਾ ਅੱਖਰ। ਸੀ ਤੋਂ ਬਾਅਦ ਹੁਣ ਇਹ ਫਾਰਮੂਲਾ ਜੀ, ਇਹਨੂੰ ਆਪਣੀਆਂ ਕਾਪੀਆਂ 'ਚ ਨੋਟ ਕਰ ਲਓ, ਲਿਖ ਲਓ, ਜਿੱਦਾਂ ਮਰਜ਼ੀ ਕਰੋ। ਇਹ ਸਾਨੂੰ ਜਵਾਨੀ ਸਾਰੀ ਉਮਰ ਯਾਦ ਹੋਣਾ ਚਾਹੀਦਾ। ਜੇ ਸਾਨੂੰ ਸਾਰੀ ਉਮਰ ਯਾਦ ਹੋਏਗਾ ਤਾਂ ਅਸੀਂ ਇਹਨਾਂ ਨੂੰ ਦੇਖ ਕੇ ਅਸੀਂ ਪੜ੍ਹ ਸਕਦੇ ਹਾਂ ਵੀ ਸੀ ਦੀ ਆਵਾਜ਼ ਕੱਕਾ ਕਿਉਂ ਆਉਂਦੀ ਹੈ। ਪਹਿਲਾ ਹੈ, ਜੇਕਰ ਸੀ ਤੋਂ ਬਾਅਦ ਈ ਹੋਵੇ, ਆਈ ਹੋਵੇ, ਬਾਈ ਹੋਵੇ, ਇਹਨਾਂ ਚੋਂ ਕੋਈ ਵੀ ਵਰਨ ਆ ਜਾਵੇ ਤਾਂ ਸੀ ਦੀ ਆਵਾਜ਼ ਸੱਸੇ ਦੀ ਆਉਂਦੀ ਹੈ। ਇੱਕ ਨਿਯਮ ਹੈ ਜੀ, ਪੱਕਾ 100%। ਹੁਣ ਐਗਜ਼ਾਮਪਲ ਹੈ, ਸੀ ਤੋਂ ਬਾਅਦ ਈ, ਆਪਾਂ ਬੋਲਦੇ ਹਾਂ ਰਾਈਸ, RICE, ਰਾਈਸ ਮੈਨੇ ਚਾਵਲ। ਹੁਣ ਇਸੇ ਸੀ ਦੀ ਆਵਾਜ਼ ਸੱਸੇ ਦੀ ਆ ਰਹੀ ਹੈ। ਪੀਸ, PICE, ਸੀ ਤੋਂ ਬਾਅਦ ਈ ਆ ਗਿਆ, ਪੀਸ ਮੈਨੇ ਹੁੰਦਾ ਪੈਸਾ, ਇੱਥੇ ਸੀ ਦੀ ਆਵਾਜ਼ ਸੱਸੇ ਦੀ ਆਵਾਜ਼ ਆ ਰਹੀ ਹੈ। ਨੀਸ, NIECE, ਨੀਸ ਮੈਨੇ ਹੁੰਦਾ ਭਤੀਜੀ ਹਾਂਜੀ ਜਾਂ ਭਾਣਜੀ, ਇਹਦੇ ਵਿੱਚ ਵੀ ਸੀ ਦੀ ਆਵਾਜ਼ ਸੱਸੇ ਦੀ ਆ ਰਹੀ ਹੈ। ਇਹ ਸੀਗਾ ਸੀ ਤੋਂ ਬਾਅਦ ਈ ਆ ਜਾਵੇ ਤਾਂ ਉੱਥੇ ਸੱਸੇ ਦੀ ਆਵਾਜ਼ ਆਉਂਦੀ ਹੈ ਸੀ ਦੀ। ਹੁਣ ਅਗਲਾ ਨਿਯਮ ਹੈਗਾ ਆਈ ਦਾ, ਜੇ ਸੀ ਤੋਂ ਬਾਅਦ ਆਈ ਆ ਜਾਵੇ ਤਾਂ ਵੀ ਸੀ ਦੀ ਆਵਾਜ਼ ਸੱਸੇ ਦੀ ਆਏਗੀ। ਜਿਵੇਂ ਸਿਟੀਜ਼ਨ, CITIZEN, CITIZEN, ਸਿਟੀਜ਼ਨ ਮੈਨੇ ਸ਼ਹਿਰੀ, ਨਾਗਰਿਕ। ਸਰਕਲ, CIRCLE, ਸਰਕਲ ਹਾਂਜੀ। ਸਿਨੇਮਾ, CINEMA,
NEMA सिनेमा, इथे सी दी आवाज S दी आई है। हैगा जी सरका, SIRCA, सरका मैंने ਹੁੰਦਾ ਲਗਭਗ। ਇੱਥੇ ਸੀ ਤੋਂ ਬਾਅਦ ਆਈ ਆ ਗਈ ਸਾਰੇ ਅੱਖਰਾਂ ਦੇ ਵਿੱਚ, ਇਹਦੀ ਆਵਾਜ਼ ਸੱਸੇ ਦੀ ਆਈ ਹੈ। ਹੁਣ ਸੀ ਤੋਂ ਬਾਅਦ ਜੇ ਬਾਈ ਹੋਵੇ ਉਹਦੇ ਵਿੱਚ ਵੀ ਜਿਹੜੀ ਸੀ ਦੀ ਆਵਾਜ਼ ਆ ਉਹ ਸੱਸੇ ਦੀ ਆਏਗੀ। ਜਿਵੇਂ ਸਾਈਕਲੋਨ, CYCLONE, सी बाई साइक्लोन, साइकिल CYCLE, सी बाई सी तो बाद बाई आ गया, इस करके सी की आवाज कक्के दी नहीं आनी हैगी, सस्से की आवाज आई साइकिल। IC मैंने होता बर्फीला, आइस मैंने बर्फ, उथे इसे IC मैंने बर्फीला, इथे आई दी सी की आवाज S की आई है, सस्से की आई है, क्योंकि इस बाद सी तो बाद बाई आ गया। ये जिहड़े मैं अखर बोले ने यही अखर नहीं हैगे, दुनिया का कोई भी अखर होवे अगर सी तो बाद ई आ गई जां सी तो बाद आई आ गई जां सी तो बाद बाई आ गई तो उसे सी का उचारण सस्सा होएगा। हुण असीं देखना सी की आवाज कक्के की कदों आउंदी है। हुण इहदा नियम यह है, फार्मूला यह है, सी तो बाद हुणे अखर जी नोट कर लो, लिख लो, कापियां कोले रखो, जो मेरी भी क्लास हो कापी जरूर कोले रखो जी, पेन जरूर कोले रखो। हुण अखर किहड़े किहड़े नहीं जो हो, AOUKRL, फिर सुनो दोबारा अखर AOUKRL, ये 6 अखर हैगे ने। अगर सी तो बाद इहदा सियां चो कोई भी अखर आ जाए तो सी की आवाज कक्के दी आएगी। ये एक नियम है, फार्मूला। ये नहीं हैगा किसी ने कहता CAT कैट कहो तो अपने कैट कहना शुरू कर दिता, ये नहीं हैगी गल। ये नियम ने, ये फार्मूले ने। असीं बोलते ठीक है जिद्दां सानूं टीचर ने पढ़ाता उदां असीं पढ़ते हैं, पर जिहड़े अखर अज तक कदे देखे नहीं, कदे पढ़े नहीं, उन्हां नूं की किवें बोलांगे, ये उन्हां वास्ते है। हुण ये सी तो बाद ए दी एग्जाम्पल लेने आपां, CAT कैट, इसे सी की आवाज कक्के दी आ गई, CAT कैट। CATTLE कैटल, कैविटी, CAVITY कैविटी है जी। स्कैलप, SCALP, स्कैल्प ने खोपड़ी जी। इथे सी तो बाद ए आ गया, इस करके सी की जिहड़ी आवाज है वो कक्के दी आ गई। हुण अगे बाद आ गया जी सी तो बाद ओ, जे सी तो बाद ओ आ जाए तां भी सी की आवाज कक्के दी आएगी। जिवें कोट, COT कोट, कलर COLOUR, इसे सी तो बाद ओ आ गया कलर जी। कॉटेज COTTAGE, कॉटेज, इथे भी सी तो बाद ओ आ गया, इस करके सी की आवाज कक्के दी आ गई है। हुण अगे गया जी तीजा नियम इहदा कर्स, CURSE, ये सी तो बाद यू आ गया, इनू भी पाने सी दे विच सस्सा नहीं बोलना, कक्का बोलना। CURSE कर्स। कस्टम, CUSTOM कस्टम है। कर्टेन, CURTAIN कर्टेन, मैंने पर्दा, ये सी तो बाद यू आ गया। इन्हां सारियां एग्जाम्पलों के विच सी की आवाज कक्के दी आई आ, एक नियम बन गया। अगे आ गया जी सी तो बाद के, LOCK लॉक, DUCK, सी तो बाद के आ गया, डक, ROCK रॉक, DOCK डॉक, डॉक मैंने बंदरगाह। ये सी तो बाद के आ गया तो इस करके सी ते के दी आवाज कक्के दी ही आएगी। हुण अगे सी तो बाद आर, CROW क्रो है जी। सी तो बाद आर आ गया, इथे भी सी की आवाज कक्के दी आएगी। क्रैडल, CRADLE क्रैडल, सी तो बाद आर आ गया, सी की आवाज कक्के दी आ रही है। क्रूअल, CRUEL क्रूअल। क्रॉस, CRASS क्रॉस मैंने अनाड़ी। हुण इहनूं क्रॉस सस्सा नहीं बोलना, कक्का बोलना। तकरीबन सारे बच्चे ठीक बोलते हैं, पर जिहड़े अखर कदे नहीं पढ़े उत्थे चक्कर पै जांदा भी इहनूं की बोलीए जी। अगे सी तो बाद एल दी एग्जाम्पलां ने जी, CLOCK, सी तो बाद एल आ गया,
इत्थे सी दी आवाज कक्के दी आएगी। क्लॉक, क्लर्क, CLERK, क्लर्क है जी। कलैटर, CLATTER, कलैटर मेरे हुंदा बक बक करना जी। कलैटर, इनू सी दी आवाज कक्के दी आ गई। हुण ये 6 अखर ने, जे सी तो बाद ए होवे, ओ होवे, यू होवे, के होवे, आर होवे जां एल होवे तां सी दी आवाज कक्के दी आएगी। ये नियम हैगे ने सी दे। अगे असीं सी दे नाल दूजे एक होर फार्मूला हैगा भी जे सी तो बाद आई ए होवे है जी तां सी दा उच्चारण शा हुंदा। सस्से दे पैर दे विच बिंदी ला के बोलना। जे सी तो बाद आई ए होवे तां सी दा आवाज शा हुंदा। जिवें सोशल, SOCIAL, सोशल। रेशियल, वंश संबंधी, RACIAL, CI का मतलब इत्थे शाह बोलिया गया। फेशियल, FACIAL, फेशियल, ये मुख संबंधी आ गया। हुण एक CH का सी दे नाल जे H आ जाए तां ना नॉर्मली चच्चे की आवाज आती है। जिवें चीट, CHEAT, CH चच्चा बन गया। चीट, चीयर जी। चेस, CHESS, चेस। चेयर, CHAIR, चेयर। बेंच, BENCH, बेंच। CH की आवाज नॉर्मली चच्चे की आवाज आती है। रीच, REACH, पर कई थावां दे उत्ते CH की आवाज कक्के की आवाज आती है। कई थावां दे उत्ते CH की आवाज कक्के की आवाज आती है। जिस तरह केमिस्ट्री, CHEMISTRY, इनू केमिस्ट्री नहीं, चच्चे नाल नहीं पढ़ सकते आपां, इनू कक्के नाल पढ़ांगे केमिस्ट्री। कॉलरा हैगा जिन्हों कहने आपां जी, CHOLERA, कॉलरा। करैक्टर, CHAR, इनू चच्चे नाल नहीं पढ़ना हैगा, ये कक्के नाल शब्द उच्चारे जाते हैं। स्कीम, CHEME, इत्थे CH जिहड़ा हैगा वो कक्के की आवाज दे रहा। ਇਹਦੀ ਤੀਜੀ ਆਵਾਜ਼ ਇੱਕ ਹੋਰ ਹੈਗੀ ਹੈ, ਉਹ CH ਨਾ ਸੱਸੇ ਦੇ ਪੈਰ 'ਚ ਬਿੰਦੀ ਸ਼ਾਹ ਲਾ ਕੇ ਬੋਲਦੀ ਹੁੰਦੀ ਆ। ਜਿਵੇਂ ਮਸ਼ੀਨ ਹੈ ਜੀ, ਕਮੀਜ਼, ਸਮੀਜ਼ ਹੈ ਜੀ, ਅੱਗੇ ਹੈ ਸੈਸੇ, SACHA। ਇੱਥੇ CH ਤੇ ਨਾ ਸੈਸੇ ਦੀ ਆਵਾਜ਼ ਆਏਗੀ। ਇਹ ਆਵਾਜ਼ਾਂ ਹੈਗੀਆਂ ਨੇ ਜੀ ਸੀ ਦੀਆਂ। ਉਸ ਤੋਂ ਬਾਅਦ ਜੀ ਦੀ ਆਵਾਜ਼ਾਂ ਦੋ ਨੇ, ਇੱਕ ਗੱਗੇ ਦੀ ਆਵਾਜ਼ ਹੈ, ਇੱਕ ਜੱਜੇ ਦੀ ਆਵਾਜ਼ ਹੈ। ਸਾਡੇ ਬੱਚੇ ਠੀਕ ਅਨਪੜ੍ਹ ਜਨਾਨੀ ਵੀ ਹੋਵੇ, ਅਨਪੜ੍ਹ, ਉਹ ਵੀ ਕਹੇਗੀ ਜੀ ਮੈਨੂੰ ਆ ਜੱਗ ਫੜਾਇਓ। ਜੇ ਇਹ ਜੀ ਜੱਗ, ਜੀ ਨੂੰ ਉਹ ਗੱਗਾ ਹੀ ਬੋਲੇਗੀ, ਜੱਜਾ ਨਹੀਂ ਬੋਲਦੀ ਹੈਗੀ। ਕਿਉਂ? ਉਹਨੇ ਸੁਣਿਆ ਹੋਇਆ ਇੱਦਾਂ ਹੀ ਆ, ਪੜ੍ਹਿਆ ਹੋਇਆ ਇੱਦਾਂ ਹੀ ਆ, ਦੇਖਿਆ ਹੋਇਆ ਇੱਦਾਂ ਹੀ ਆ, ਤੇ ਇਹਨੂੰ ਗੱਗਾ ਹੀ ਬੋਲੇਗੀ। ਬੋਲਦੇ ਤਾਂ ਅਸੀਂ ਠੀਕ ਹੈ, ਪਰ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਇਸੇ ਗੱਗੇ ਦੀ ਆਵਾਜ਼ ਕਿਉਂ ਨਿਕਲੀ, ਜੱਜੇ ਦੀ ਆਵਾਜ਼ ਕਿਉਂ ਨਿਕਲੀ, ਇਹਦਾ ਫਾਰਮੂਲਾ ਕੀ ਹੈ। ਉਹਦੇ ਵਿੱਚ 95% ਟੀਚਰਾਂ ਨੂੰ ਵੀ ਨਹੀਂ ਪਤਾ ਹੈਗਾ। ਇਹ ਸਾਡੇ ਸਿਲੇਬਸ ਵਿੱਚ ਵੀ ਨਹੀਂ ਗੱਲਾਂ ਆਉਂਦੀਆਂ ਹੈਗੀਆਂ। ਇਹ ਸਾਨੂੰ ਗੱਲਾਂ ਦਾ ਪਤਾ ਹੋਣਾ ਚਾਹੀਦਾ ਵੀ ਜਿਹੜੇ ਸ਼ਬਦ ਅਸੀਂ ਜੀ ਦੀ ਆਵਾਜ਼, ਗੱਗਾ ਦੀ ਆਵਾਜ਼ ਕਿੱਥੇ ਕੱਢਣੀ ਹੈ, ਜੱਜੇ ਦੀ ਆਵਾਜ਼ ਕਿੱਥੇ ਕੱਢਣੀ ਹੈ, ਤਾਂ ਕਿ ਸਾਡਾ ਮਖੌਲ ਨਾ ਉੜੇ ਵੀ ਇਹਨੂੰ ਬੋਲਣਾ ਨਹੀਂ ਆਉਂਦਾ ਹੈਗਾ। ਜਿਹੜੇ ਸ਼ਬਦ ਅੱਜ ਤੱਕ ਨਹੀਂ ਪੜ੍ਹੇ ਉਹਨਾਂ ਨੂੰ ਕਿੱਦਾਂ ਬੋਲਣਾ। ਇਹਦਾ ਫਾਰਮੂਲਾ ਇਹ ਹੈ ਜੀ, ਨੋਰਮਲੀ ਜਿਹੜੀ ਜੀ ਦੀ ਆਵਾਜ਼ ਹੈ ਉਹ ਗੱਗੇ ਦੀ ਆਵਾਜ਼ ਹੁੰਦੀ ਹੈ, ਤੇ ਜੇਕਰ ਜੀ ਤੋਂ ਬਾਅਦ ਈ ਆ ਜਾਵੇ ਹਾਂਜੀ ਤਾਂ ਇਹਦੀ ਆਵਾਜ਼ ਜੱਜੇ ਦੀ ਹੋ ਜਾਂਦੀ ਹੈ। ਜਿਵੇਂ ਆਪਾਂ ਪਹਿਲਾਂ ਪੜ੍ਹਦੇ ਹਾਂ GUN, ਗਨ, ਇੱਥੇ ਜੀ ਦੀ ਆਵਾਜ਼ ਗੱਗੇ ਦੀ ਆ ਗਈ, ਗਨ। GATE, ਗੇਟ, ਜੀ ਤੋਂ ਬਾਅਦ ਏ ਆ ਗਿਆ, ਆਪਾਂ ਨੂੰ ਜੀ ਨੂੰ ਗੱਗਾ ਬੋਲਾਂਗੇ, ਗੇਟ। BAG, ਬੈਗ, ਬੀ ਤੋਂ ਬਾਅਦ ਏ ਆ ਗਿਆ, ਇਹਨੂੰ ਆਪਾਂ बैग बोलांगे, गी से मुक्त है, गी तो बाद कोई अखर नहीं हैगा। पिग, PIG, जी तो बाद कोई अखर नहीं हैगा, इत्थे आपां गग्गा ही बोलांगे। गैस, GAS, गैस, इत्थे भी जी तो बाद ए आ गया, इत्थे आपां नूं गग्गा ही बोलांगे। पर जिन्हां अखरां तो बाद जी तो बाद जे ई आ जावे, ये फार्मूला जी याद रखना सारिਆਂ ने, की फार्मूला जी तो बाद ई आ जावे ਤਾਂ ਨੋਰਮਲੀ 95% ਇਸਦਾ ਨਾ ਜੱਜਾ ਆਵਾਜ਼ ਆਏਗੀ। ਜਿਵੇਂ ਪੇਜ, PAGE, ਪੇਜ ਮੈਨੇ ਹੁੰਦਾ ਵਰਕਾ, ਪੰਨਾ। ਪਿਜਨ, PIGEON, ਇੱਥੇ ਜੀ ਤੋਂ ਬਾਅਦ ਈ ਆ ਗਿਆ, ਇਹਨੂੰ ਆਪਾਂ ਪਿਜਨ ਬੋਲਾਂਗੇ, ਜੱਜੇ ਨਾਲ ਬੋਲਾਂਗੇ ਜੀ। ਜਨਰਲ,
GEN, ਜੀ ਤੋਂ ਬਾਅਦ E ਆ ਗਿਆ, ਇਹਨੂੰ ਆਪਾਂ ਜਨਰਲ ਜੱਜੇ ਨਾਲ ਬੋਲਾਂਗੇ, ਜਨਰਲ ਬੋਲਾਂਗੇ। ਜਰਮ, GERM, ਜਰਮ, ਕੀਟਾਣੂ। ਇਸੇ ਜੀ ਤੋਂ ਬਾਅਦ E ਆ ਗਿਆ, ਇਹਨੂੰ ਆਪਾਂ ਜੱਜਾ ਹੀ ਬੋਲਾਂਗੇ। ਪਰ ਕੁਝ ਅੱਖਰਾਂ ਦੇ ਵਿੱਚ ਜਿਵੇਂ ਗੈਟ, GET, ਗੈਟ ਹੈ ਜੀ, ਗੀਅਰ, ਗਰਾਰੀ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਚ ਗੀਅਰ ਕਹਿੰਦੇ ਆ, GEAR, ਇਹਨਾਂ ਦੇ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਜੀ। ਤੇ ਹੁਣ ਕੁਝ ਅੱਖਰ ਇਹੋ ਜਿਹੇ ਵੀ ਹੈਗੇ ਨੇ ਜਿੱਥੇ ਜੀ ਤੋਂ ਬਾਅਦ ਆਈ ਆ ਜਾਵੇ, ਤਾਂ ਕੁਝ ਅੱਖਰ ਨੇ, ਸਾਰੇ ਨਹੀਂ, ਕੁਝ ਅੱਖਰ ਇਹੋ ਜਿਹੇ ਨੇ ਜਿਹੜੇ ਜਿਵੇਂ GIANT, ਇੱਥੇ ਜੀ ਤੋਂ ਬਾਅਦ ਆਈ ਆ ਗਿਆ, ਇਹਨੂੰ ਵੀ ਆਪਾਂ ਜਾਈਐਂਟ ਬੋਲਾਂਗੇ, ਜਾਈਐਂਟ ਜੀ। ਜਿਵੇਂ ਰਾਖਸ਼ ਹੈ, ਅੱਗੇ ਆ ਗਿਆ ਜਿਬਰ, GIBBER, ਇਹਨੂੰ ਵੀ ਆਪਾਂ, ਜਬਰ ਮੈਨੇ ਹੁੰਦਾ ਛੇਤੀ ਛੇਤੀ, ਜਲਦੀ ਜਲਦੀ, GIBBER। ਇੱਥੇ ਤੋਂ ਜੀ ਤੋਂ ਬਾਅਦ ਆਈ ਆ ਗਿਆ, ਇਹਨੂੰ ਵੀ ਆਪਾਂ ਜੱਜੇ ਨਾਲ ਉਚਾਰਨ ਕਰਾਂਗੇ, ਜਿਬਰ, ਗੱਗੇ ਨਾਲ ਨਹੀਂ ਉਚਾਰਨ ਕਰਨਾ ਹੈਗਾ। ਇਸ ਤਰ੍ਹਾਂ ਜਾਈਬ, GIBE, ਜਾਈ ਮੈਨੇ ਹੁੰਦਾ ਤਾਨਾ ਮਾਰਨਾ, ਜੀ ਤੋਂ ਬਾਅਦ ਆਈ ਆ ਗਿਆ, ਇੱਥੇ ਵੀ ਆਪਾਂ ਇਹਨੂੰ ਜੱਜੇ ਨਾਲ ਹੀ ਉਚਾਰਨ ਕਰਾਂਗੇ। ਜਿੰਨ, GIN, ਜਿੰਨ ਮੈਨੇ ਹੁੰਦਾ ਸ਼ਰਾਬ, ਇਹਨੂੰ ਵੀ ਆਪਾਂ ਗਿਣ ਨਹੀਂ ਬੋਲਣਾ, ਜਿੰਨ ਹੀ ਬੋਲਣਾ, ਜੱਜੇ ਨਾਲ ਹੀ ਬੋਲਣਾ। ਇਹ ਸਾਰੇ ਅੱਖਰ ਨਹੀਂ ਹੁੰਦੇ, ਕੁਝ ਕੁਝ ਅੱਖਰ ਹੈਗੇ ਨੇ। ਤੇ ਅੱਗੇ ਆ ਗਿਆ ਜੀ ਜਿੰਜਰ, GINGER, ਇੱਥੇ ਵੀ ਜਿਹੜਾ ਜੱਜਾ ਅੱਖਰ ਹੈ ਜੀ ਹੈਗਾ, ਉਹ ਜੱਜਾ ਬੋਲਿਆ ਜਾਏਗਾ ਜੀ। ਇਸ ਕੁਝ ਅੱਖਰ ਇਹੋ ਜਿਹੇ ਹੁੰਦੇ ਨੇ ਜਿਹੜੇ ਜੀ ਤੋਂ ਬਾਅਦ ਬਾਈ ਲੱਗ ਜੇ, ਜੇ ਜੀ ਤੋਂ ਬਾਅਦ ਬਾਈ ਲੱਗ ਜੇ ਫਿਰ ਵੀ ਇਹ ਜੱਜਾ ਹੀ ਬੋਲਿਆ ਜਾਏਗਾ। ਜਿਵੇਂ ਜਿਮਨਾਸਟ, GYMNAST, ਇਹਨੂੰ ਜਿਮਨਾਸਟ ਨੈਕਸਟ ਬੋਲਾਂਗੇ, ਜਿਮਨੈਕਟ। ਤੇ ਇਹ ਅੱਖਰ ਹੈਗੇ ਨੇ ਜੀ ਦੇ ਉਚਾਰਨ ਦੇ, ਵੀ ਜੀ ਦੇ ਗੱਗਾ ਕਿੱਥੇ ਬੋਲਿਆ ਜਾਂਦਾ, ਜੱਜਾ ਕਿੱਥੇ ਬੋਲਿਆ ਜਾਂਦਾ। ਤੇ ਜੇ ਜੀ ਤੋਂ ਬਾਅਦ ਈ ਆ ਜਾਵੇ, ਜਾਂ ਕਿਤੇ ਕਿਤੇ ਆਈ ਆ ਜਾਵੇ, ਜਾਂ ਬਾਈ ਆ ਜਾਵੇ, ਫਿਰ ਇਹ ਜੱਜਾ ਬੋਲਣਾ। ਜੇ ਜੀ ਤੋਂ ਬਾਅਦ ਕੋਈ ਹੋਰ ਅੱਖਰ ਆਵੇ, ਫਿਰ ਉੱਥੇ ਗੱਗਾ ਬੋਲਣਾ। ਇਹ ਨਿਯਮ ਆ। ਅੱਗੇ ਆ ਗਿਆ ਜੀ ਐਸ ਦਾ ਨਿਯਮ। ਹੁਣ ਇਹਦੇ ਵਿੱਚ ਨੋਟ ਕਰ ਲਓ ਜੀ ਸਾਰੇ ਜਾਣੇ, ਕਿਸੇ ਸ਼ਬਦ ਦੇ ਅੰਤ ਵਿੱਚ BE ਹੋਵੇ, AB ਵਾਲੀ BE ਹੋਵੇ, G ਹੋਵੇ, ਜਾਂ GG ਹੋਵੇ, ਜਾਂ GE ਹੋਵੇ, ਜਾਂ OE ਹੋਵੇ, ਜਾਂ EE ਹੋਵੇ, ਜਾਂ IE ਹੋਵੇ, ਜਾਂ ਬਾਈ ਹੋਵੇ। ਇਹ 5 ਅੱਖਰ ਨੇ ਹੈ ਜੀ। ਤੇ ਇਸ ਤੋਂ ਬਾਅਦ ਐਸ ਆ ਜਾਵੇ। ਇਹਨਾਂ ਅੱਖਰਾਂ ਤੋਂ ਬਾਅਦ ਕਿਹੜੇ ਕਿਹੜੇ ਅੱਖਰ ਨੇ, ਦੁਬਾਰਾ ਫਿਰ ਮੈਂ ਬੋਲਣ ਲੱਗਿਆ, ਨੋਟ ਕਰ ਲਓ ਜੇ ਹੋ ਸਕਦੇ ਨੇ। BE, GG, GE, OE, EE, IE, ਬਾਈ। ਇਹ 8 ਅੱਖਰ ਨੇ। ਜੇ ਇਸ ਤੋਂ ਬਾਅਦ ਐਸ ਆ ਜਾਵੇ ਤਾਂ ਐਸ ਦਾ ਉਚਾਰਨ ਜੱਜਾ ਹੁੰਦਾ। ਇਹ ਪੱਕਾ ਨਿਯਮ ਹੈ। ਐਗਜ਼ਾਮਪਲ ਟਰਾਈਬਸ, TRIBES, ਇੱਥੇ ਟਰਾਈਬ ਸ ਨਹੀਂ ਬੋਲਣਾ, ਜੱਜਾ ਹੀ ਬੋਲਣਾ। BAGS, ਬੈਗਜ, ਇਹਨੂੰ ਬੈਗ ਸ ਨਹੀਂ ਬੋਲਣਾ, ਜੱਜਾ ਬੋਲਣਾ। ਨਿਯਮ ਕੀ ਹੈ? ਉਹ ਜਿਹੜੇ 5-8 ਅੱਖਰ ਮੈਂ ਬੋਲੇ ਨੇ, ਉਦੋਂ ਬਾਅਦ ਐਸ ਆ ਜਾਵੇ ਤਾਂ ਇਹ ਜੱਜੇ ਦੀ ਆਵਾਜ਼ ਆਉਂਦੀ ਹੈ। ਬੈਗਜ, ਐਗ, EGGS, ਐਗਜ, ਇਹਨੂੰ ਸੱਸਾ ਨਹੀਂ ਬੋਲਣਾ, ਜੱਜਾ ਹੀ ਬੋਲਣਾ। ਏਜ, AGES, ਏਜਜ, ਏਜਜ ਮੈਨੇ ਯੁੱਗ ਹੈ ਜੀ। ਹੀਰੋ, HEROES, ਇੱਥੇ OE ਤੋਂ ਬਾਅਦ ਐਸ ਆ ਗਿਆ, ਇੱਥੇ ਆ ਗਿਆ ਹੀਰੋਜ਼। ਆਰਮੀਜ਼, ARMIES, ਲਾਸਟ ਅੱਖਰ ਹੈਗੇ ਨੇ IES, ਆਰਮੀਜ਼। ਰੂਪੀਜ਼, RUPEES, ਰੂਪੀਜ਼, ਇਹਨੂੰ ਰੂਪੀਸ ਨਹੀਂ ਬੋਲਣਾ, ਸੱਸਾ ਨਹੀਂ ਬੋਲਣਾ ਹੈਗਾ। ਜਿਵੇਂ ਬॉयਜ਼, BOYS, ਬॉयਜ਼, ਇਹਨੂੰ ਬॉयਸ ਸੱਸੇ ਦੀ ਆਵਾਜ਼ ਨਹੀਂ ਕਰਨੀ। ਇਹ 5-8 ਅੱਖਰ ਨੇ। ਫਿਰ ਨੋਟ ਕਰ ਲਓ ਜੀ, ਕਿਉਂਕਿ ਜਿੰਨਾ ਚਿਰ ਅਸੀਂ ਲਿਖ ਕੇ ਰੱਖਾਂਗੇ ਤਾਂ ਯਾਦ ਰਹਿਣਗੇ, ਨਹੀਂ ਤਾਂ ਅਸੀਂ ਭੁੱਲ ਜਾਾਂਗੇ, ਨਹੀਂ ਪਤਾ ਲੱਗੇਗਾ ਸਾਨੂੰ ਫਾਰਮੂਲੇ ਦਾ। BEGGGE, OE, EE, ਬਾਈ, ਕੱਲਾ। ਹਾਂਜੀ, ਇਹਨਾਂ ਤੋਂ ਬਾਅਦ ਐਸ ਆ ਜਾਵੇ ਤਾਂ ਇੱਥੇ ਜੱਜੇ ਦੀ ਆਵਾਜ਼ ਆਏਗੀ। ਹੁਣ ਇਹਦਾ ਇਸ ਦਾ ਅਗਲਾ ਫਾਰਮੂਲਾ ਆਵਾਜ਼ ਹੈਗੀ, ਸੱਸੇ ਦੀ ਆਵਾਜ਼ ਕਦੋਂ ਆਉਂਦੀ ਹੈ? ਇੱਥੇ ਜੱਜੇ ਦੀ ਆਵਾਜ਼ ਆਈ ਸੀ, ਹੁਣ ਸੱਸੇ ਦੀ ਆਵਾਜ਼ ਕਦੋਂ ਆਉਂਦੀ ਹੈ? ਜੇਕਰ ਕਿਸੇ ਸ਼ਬਦ ਦੇ ਅੰਤ ਵਿੱਚ F ਹੋਵੇ, ਜਾਂ P ਹੋਵੇ,
ਜਾਂ PE ਹੋਵੇ ਜਾਂ TE ਹੋਵੇ ਤੇ ਉਦੋਂ ਬਾਅਦ S ਆ ਜਾਵੇ। ਕਿਹੜੇ ਕਿਹੜੇ ਅੱਖਰ ਨੇ ਜੀ? F, P, PE ਜਾਂ TE, ਇਹ ਚਾਰ ਅੱਖਰਾਂ ਤੋਂ ਬਾਅਦ S ਆ ਜਾਵੇ, ਉੱਥੇ ਸੱਸੇ ਦਾ ਉਚਾਰਨ ਸੱਸਾ ਹੋਏਗਾ, S ਦਾ ਉਚਾਰਨ ਸੱਸਾ ਹੋਵੇਗਾ। ਜਿਵੇਂ ਰੂਫ, ROOF, ਇਥੇ ਰੂਫ ਜ ਨਹੀਂ ਬੋਲਣਾ, ਰੂਫਸ ਹੈ ਜੀ। ਕੈਪਸ, CAPS, ਇਹਨੂੰ ਕੈਪਸ ਬੋਲਣਾ, ਸੱਸਾ ਬੋਲਣਾ। ਰੋਪ, ROPES, ਇਥੇ PE ਤੋਂ ਬਾਅਦ S ਆ ਗਿਆ, ਇਹਨੂੰ ਰੋਪਸ ਬੋਲਣਾ, ਰੋਪ ਜੱਜਾ ਨਹੀਂ ਬੋਲਣਾ ਹੈਗਾ। ਕਾਈਟਸ, KITES, ਇਸੇ TE ਤੋਂ ਬਾਅਦ S ਆ ਗਿਆ, ਇੱਥੇ ਵੀ S ਦੀ ਆਵਾਜ਼ ਸੱਸੇ ਦੀ ਆਵਾਜ਼ ਆਏਗੀ। ਹੁਣ ਇਹਦੇ ਸੱਸੇ ਦਾ ਆਵਾਜ਼ ਇੱਕ ਫਾਰਮੂਲਾ ਹੋਰ ਹੈ, ਜੇ S ਤੋਂ ਬਾਅਦ, ਹੁਣ ਇਹ ਤੋਂ ਪਹਿਲਾਂ ਅੱਖਰ ਸੀ, S ਤੋਂ ਪਹਿਲਾਂ ਕਿਹੜੇ ਕਿਹੜੇ ਅੱਖਰ ਹੋਣ, ਹੁਣ ਇਹ S ਤੋਂ ਬਾਅਦ ਕਿਹੜੇ ਕਿਹੜੇ ਅੱਖਰ ਹੋਣ, ਫਿਰ ਇਹਨਾਂ ਦੀ ਇੱਕ IA, ਇੱਕ IO। ਜੇ S ਤੋਂ ਬਾਅਦ ਇਹਨਾਂ ਦੋਹਾਂ ਚੋਂ ਕੋਈ ਵੀ ਅੱਖਰ ਆ ਜਾਵੇ, SIA ਜਾਂ SIO, ਤਾਂ S ਦੀ ਆਵਾਜ਼ ਸ਼ਾਹ ਦੀ ਆਵਾਜ਼ ਆਏਗੀ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਸ਼ਾਹ ਦੀ ਆਵਾਜ਼ ਆਏਗੀ। ਜਿਵੇਂ ਰਸੀਆ, RUSSIA, S ਤੋਂ ਬਾਅਦ IA ਆ ਗਿਆ, ਇਹ ਰਸ਼ੀਆ ਹੈ ਜੀ। ਏਸੀਆ ਹੈ ਜੀ। ਐਡਮਿਸ਼ਨ, ADMISSION, S ਤੋਂ ਬਾਅਦ ION ਆ ਗਿਆ, ਇਹ ਆ ਗਿਆ ਜੀ ਐਡਮਿਸ਼ਨ। ਹੁਣ ਲਾਸਟ ਅੱਖਰ ਰਹਿ ਗਿਆ ਜੀ T ਦਾ ਮੁੱਖ ਉਚਾਰਨ ਟੈਂਕਾ ਹੈ ਜੀ। ਇਹਦੇ ਉਚਾਰਨ ਹੋਰ ਵੀ ਨੇ, ਸ਼ਾ ਵੀ ਹੈਗਾ, ਚਾ ਵੀ ਹੈਗਾ, ਥਾ ਵੀ ਹੈਗਾ, ਦਾ ਵੀ ਹੈਗਾ। ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਸੱਸੇ ਦੇ ਪੈਰ 'ਚ ਬਿੰਦੀ ਸ਼ਾ ਕਦੋਂ ਬੋਲਿਆ ਜਾਂਦਾ, ਚੱਚਾ ਕਦੋਂ ਬੋਲਿਆ ਜਾਂਦਾ, ਥੱਥਾ ਕਦੋਂ ਬੋਲਿਆ ਜਾਂਦਾ, ਤੇ ਦੱਦਾ ਕਦੋਂ ਬੋਲਿਆ ਜਾਂਦਾ, ਤੇ ਟੈਂਕਾ ਕਦੋਂ ਬੋਲਿਆ ਜਾਂਦਾ। ਇਹਦੀਆਂ ਇੰਨੀਆਂ ਆਵਾਜ਼ਾਂ ਨੇ T ਦੀਆਂ। ਹੁਣ ਆਪਾਂ ਦੀ T ਦੀ ਆਵਾਜ਼ ਕਰਦੇ ਹਾਂ, TEAT ਹੈ ਜੀ। ਇਹਨੂੰ T ਨੂੰ ਬਿਹਾਰੀ ਲਾ ਕੇ T ਬੋਲਣਾ। CAT, ਕੈਟ, C ਨੂੰ T ਦੀ ਆਵਾਜ਼ ਕੈਟ, ਟੈਂਕੇ ਦੀ